सुन सुन नाम तुम्हारा प्रीतम, सुन सुन नाम तुम्हारा प्रीतम। प्रभ पे कल का जाओ, प्रभ पे कल का जाओ, दया करू किरण अपने को, दया करो किरण अपने को। ही है मनोरथ सो, ये है मनोरथ सो, पर कृपा बसो मेरे हृदय, पर कृपा बसो मेरे हृदय। होए सहाय आप, होए सहाय आप, पर कृपा बसो मेरे हृदय, पर कृपा बसो मेरे हृदय। मन में है राम नाम जाप, मन में राम नाम जाप, राम नाम जाप, राम नाम जाप, पर कृपा बसो हृदय, पर कृपा बसो मेरे हृदय। होए सहाय आप, होए सहा। तन तन तेरा तू प्रभ मेरा, तन तन तेरा तू प्रभ मेरा। हमरे वस कितना है, हमरे वस कितना है, ज्यों त्यों राखे त्यों त्यों रहना, ज्यों त्यों राखे त्यों त्यों रहना। तेरा दिया खावे, तेरा दिया खाए, पर कृपा बसो मेरा हृदय, पर कृपा बसो मेरा हृदय। होए सहाय आप, होए सहाय आप, पर कृपा बसो मेरे हृदय, पर कृपा बसो मेरे हृदय। जन्म जन्म के किल वेख काटे, जन्म जन्म के किल वेख काटे। मजल हर जल तूर, मजल हर जन तूर, आए भगत परम को नासे पाए, भगत परम को नासे। हर नानक सदा हजूर, हर नानक सदा हजूर, पर कृपा बसो मेरे हृदय, पर कृपा बसो मेरे हृदय। होए सहाय आप, होए सहाय आप, पर कृपा बसो मेरे हृदय, पर कृपा बसो मेरे हृदय।
ਬਸੋ ਮੇਰੇ ਹਿਰਦੈ। ਵਾਹਿਗੁਰੂ ਜੀ। ਤੇਗ ਬਹਾਦਰ ਸਿਮਰਿਆ ਘਰ ਨਾਨਕ ਆਵੇ ਤਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਤੇ ਆਏ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਨਿਤ ਆਵੇ ਤਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰਸ਼ਾਹਾਂ ਪਾਤਸ਼ਾਹੋ ਨੇਹ ਚਲ ਚੌਰ ਛਤ। ਵੱਡੇ ਵੱਡਾ ਭਾਰ ਤੇਰਾ ਮਰਤਬਾ, ਰੰਗ ਬਰੰਗ ਅਨੇਕ ਨ ਜਪਨ ਕਰਤਬਾ। ਜੀਆਂ ਅੰਦਰ ਜੀਵ ਸਭ ਕੇ ਜਾਣ ਲਾ, ਸਭ ਤੇਰੇ ਵਸ ਤੇਰਾ ਕਰ ਭਲਾ। ਤੇਰੇ ਕਰ ਆਨੰਦ ਵਧਾਏ ਤੁਧ ਕਰ, ਮਾਨ ਮਹੱਤਾ ਤੇਰੇ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਜ ਕਤਾ, ਨਾਨਕ ਦਾਸਨ ਦਾਤ ਆਗੇ ਬਿਨਵਤਾ। ਤੇਰਾ ਨਾਮ ਸਤਿ ਵਾਹਿਗੁਰੂ ਜੀ ਵਾਹਿਗੁਰੂ। ਔੜੀ ਵੱਡੇ ਵੱਡਾ ਆਪਾਰ ਤੇਰਾ ਮਰਤਬਾ, ਰੰਗ ਪ੍ਰੰਗ ਅਨੇਕ ਨਾ ਜਾਪਨ ਕਰਤਬਾ। ਜੀਆਂ ਅੰਦਰ ਜਿਉ ਸਭ ਕੀ ਜਾਣ ਲਾ, ਸਭ ਕੀ ਤੇਰੇ ਬਸ ਤੇਰਾ ਕਰ ਭਲਾ। ਤੇਰੇ ਘਰ ਆਨੰਦ ਵਧਾਏ ਤੁਧ ਕਰ, ਮਾਣ ਮਹਤਾ ਤੇਜ ਆਪਣਾ ਆਪ ਜਰ। ਸਰਬ ਕਲਾ ਭਰਪੂਰ ਦਿਸੈ ਜਤ ਕਤਾ, ਨਾਨਕ ਦਾਸਨ ਦਾਸ ਤੁਧ ਆਗੇ ਬਿਨਵਤਾ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ। ਦਿਵਸ ਰਾਤ ਦੋਇ ਦਾਏ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ। ਜਲੇ ਨਾਮ ਤੇ ਆਇਆ ਗਏ ਮਸਕਤ ਭਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਦ ਬੰਦਨ ਪਦ ਬੰਦਨ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨ ਕੇ ਬਿਘਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁੰਨ ਪੁੰਨ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਸੋ ਰਜਨੀ ਬਸ ਕਰਤੇ ਧਾਮੋ। ਕੀਨ ਗਮਨ ਪਹੁੰਚੇ ਇਕ ਗ੍ਰਾਮੋ। ਤਿਸ ਮੈਂ ਰਹੇ ਸਿੱਖ ਤਨਹੀਨਾ। ਆਏ ਤਬੈ ਤਿਨ ਦਰਸ਼ਨ ਕੀਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜਗਤ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਰੱਬੀ ਬਾਣੀ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਦੀ ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਅੰਤਰਯਾਮੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਸਿੱਖਾਂ ਦੀ ਭਾਵਨਾ ਪਰਖਣ ਲਈ ਚੱਲੇ ਹਨ। ਇੱਕ ਗਰੀਬ ਸਿੱਖ ਦੇ ਘਰ ਪਾਤਸ਼ਾਹ ਨੇ ਚਰਨ ਪਾਏ ਹਨ।
ਇਹ ਸਿੱਖ ਦੀ ਭਾਵਨਾ ਸੀ ਕਿ ਆਏ ਗਏ ਮਹਾਂਪੁਰਸ਼ਾਂ ਸਾਧੂਆਂ ਨੂੰ ਲੰਗਰ ਛਕਾ ਕੇ ਸੇਵਾ ਟਹਿਲ ਕਰਦਾ ਹੈ। ਘਰ ਵਿੱਚ ਅੱਤ ਦੀ ਗਰੀਬੀ ਹੈ, ਇੱਕ ਵੇਲੇ ਪ੍ਰਸ਼ਾਦਾ ਪੱਕੇ ਤੇ ਦੂਜੀ ਵੇਲੇ ਨਹੀਂ ਪੱਕਦਾ। ਜਦੋਂ ਸਤਿਗੁਰੂ ਜੀ ਆਏ, ਇਹ ਮੰਗਣ ਵਾਸਤੇ ਵੀ ਗਿਆ, ਪਰ ਕਿਸੇ ਨੇ ਭੋਜਨ ਦਾ, ਅੰਨ ਦਾ ਦਾਣਾ ਤੱਕ ਇਹਨੂੰ ਨਹੀਂ ਦਿੱਤਾ। ਨਗਰ ਦੇ ਰਾਜੇ ਨੇ ਛਿੰਝ ਪਵਾਈ ਹੋਈ ਸੀ ਕਿ ਜਿਹੜਾ ਮੇਰੇ ਮੱਲ ਨੂੰ, ਪਹਿਲਵਾਨ ਨੂੰ ਹਰਾਵੇਗਾ ਉਹਨੂੰ 500 ਰੁਪਈਆ ਤੇ ਉਹਨੂੰ 1000 ਰੁਪਈਆ, ਤੇ ਜਿਹੜਾ ਉਹਦੇ ਕੋਲੋਂ ਹਾਰੇਗਾ ਉਹਨੂੰ 500 ਰੁਪਈਆ ਦਾ ਇਨਾਮ ਦਿੱਤਾ ਜਾਏਗਾ। ਸਿੱਖ ਦੇ ਕੰਨੀਏ ਖਬਰ ਪਈ, ਜਾ ਕੇ ਉਸ ਮੱਲ ਨਾਲੋਂ ਕੁੜਨ ਵਾਸਤੇ ਤਿਆਰੀ ਕੀਤੀ, ਪਰ ਉਸ ਪਹਿਲਵਾਨ ਅੰਦਰ ਵੀ ਕੋਈ ਪੂਰਵਲੇ ਜਨਮ ਦਾ ਕੀਤਾ ਚੰਗਾ ਕਰਮ ਜਾਗ ਪਿਆ। ਜਦੋਂ ਉਹਨੇ ਸੁਣਿਆ ਕਿ ਤਾਂ ਇੱਕ ਪਰਉਪਕਾਰ ਵਾਸਤੇ, ਆਪਣੇ ਪ੍ਰਾਣ ਦੀ ਆਹੂਤੀ ਦੇਣ ਵਾਸਤੇ ਵੀ ਆਪ ਪਹੁੰਚਿਆ, ਤਾਂ ਉਹਨੇ ਆਪਣਾ ਬਲ ਨਹੀਂ ਲਾਇਆ, ਆਪ ਹੀ ਢਹਿ ਗਿਆ। 1000 ਰੁਪਈਆ ਲੈ ਕੇ ਸਿੱਖ ਰਸਤ-ਬਸਤ ਖਰੀਦੀ, ਸਤਿਗੁਰੂ ਜੀ ਨੂੰ ਨਾਨਾ ਪ੍ਰਕਾਰ ਦੇ ਭੋਜਨ ਛਕਾ ਕੇ ਗੁਰਦੇਵ ਦੀ ਖੁਸ਼ੀ ਦਾ ਪਾਤਰ ਬਣਿਆ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਸਿੱਖ ਦੀ ਗਰੀਬੀ ਕੱਟ ਕੇ ਇਹਨੂੰ ਬਾਦਸ਼ਾਹੀ ਪ੍ਰਦਾਨ ਕੀਤੀ ਹੈ, ਕਿਉਂਕਿ ਜਿਸ ਦੇ ਵੱਲ ਸਾਹਿਬ ਜੀ ਹੋਵਣ, ਲਖ ਵੀ ਤੋਟ ਨਾ ਆਵੇ, ਖਾਏ ਖਰਚ ਰਹੰਦਾ ਵਾਲੀਆਂ ਦਾਤਾਂ ਸਤਿਗੁਰੂ ਬਖਸ਼ ਨਿਵਾਜਦੇ ਹਨ। ਇਸ ਸਿੱਖ ਨੂੰ ਕਰਤਾਰਥ ਕਰਕੇ ਗਰੀਬ ਨਵਾਜ ਅੱਗੇ ਨਗਰ, ਇੱਕ ਹੋਰ ਨਗਰ ਵਿੱਚ ਗਏ ਨੇ ਜਿੱਥੇ ਇੱਕ ਸਿੱਖ ਦਾ ਘਰ ਹੈ। ਇਹ ਵੀ ਗਰੀਬ ਸਿੱਖ ਹੈ। ਇਹਦੇ ਨਗਰ ਦੇ ਵਿੱਚ ਜਾ ਕੇ ਸਤਿਗੁਰਾਂ ਨੇ ਉਤਾਰਾ ਕੀਤਾ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਪਾਤਸ਼ਾਹ ਜੀ ਦੇ ਸਿੱਖਾਂ ਦੀ ਕਥਾ ਸਰਵਣ ਕਰੀਏ। ਜਿੱਥੇ ਜਾ ਕੇ ਕਹਿਣਾ ਪੈਂਦਾ ਹੈ, ਧੰਨ ਹੈ ਗੁਰੂ ਕੀ ਸਿੱਖੀ, ਧੰਨ ਗੁਰੂ ਕੇ ਸਿੱਖ, ਧੰਨ ਗੁਰੂ ਕੇ ਸਿੱਖ। ਜਿੱਥੇ ਬਦੋ ਬਦੀ ਰਸਨਾ ਤੋਂ ਗੁਰੂ ਕੇ ਸਿੱਖਾਂ ਵਾਸਤੇ ਧੰਨ ਸ਼ਬਦ ਨਿਕਲਦਾ ਹੈ, ਕਿਵੇਂ ਉਹਨਾਂ ਗੁਰਸਿੱਖਾਂ ਨੇ ਸਿੱਖੀ ਕਮਾਈ ਹੈ। ਸਰਵਣ ਕਰਨ ਤੋਂ ਪਹਿਲਾਂ ਗਰੀਬ ਨਵਾਜ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸੋ ਰਜਨੀ ਬਸ ਕਰਤੇ ਤਾਮੋ। ਸਤਿਗੁਰੂ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਇਸ ਸਿੱਖ ਦੇ ਘਰ ਇੱਕ ਰਾਤ ਬਤੀਤ ਕਰਕੇ ਕੀਨ ਗਮਨ ਪਹੁੰਚੇ ਇੱਕ ਗ੍ਰਾਮੋ। ਮਹਾਰਾਜ ਜੀ ਨੇ ਇੱਥੋਂ ਅੱਗੇ ਚਾਲਾ ਮਾਰਿਆ ਤੇ ਇੱਕ ਨਗਰ ਵਿੱਚ, ਇੱਕ ਗ੍ਰਾਮ ਵਿੱਚ ਸਤਿਗੁਰੂ ਜੀ ਪਹੁੰਚੇ ਹਨ। ਤਿਸ ਮੈਂ ਰਹੇ ਸਿੱਖ ਤਨਹੀਨਾ। ਇਸ ਨਗਰ ਵਿੱਚ ਇੱਕ ਧਨਹੀਣਾ ਗਰੀਬ ਗੁਰੂ ਕਾ ਸਿੱਖ ਰਹਿੰਦਾ ਹੈ। ਆਏ ਤਬੇ ਤਿਨ ਦਰਸ਼ਨ ਕੀਨਾ। ਜਦੋਂ ਉਸ ਸਿੱਖ ਨੂੰ ਖਬਰ ਹੋਈ ਕਿ ਗੁਰੂ ਨਾਨਕ ਸਾਹਿਬ ਜੀ ਸਾਡੇ ਨਗਰ ਚ ਆਏ ਨੇ, ਤਾਂ ਉਹ ਸਿੱਖ ਆ ਕੇ ਸਤਿਗੁਰਾਂ ਨੂੰ ਮਿਲਿਆ, ਮਹਾਰਾਜ ਜੀ ਦੇ ਦਰਸ਼ਨ ਕਰਕੇ ਵੰਦਨਾ ਕੀਤੀ, ਬੰਦਨ ਕਰਕੇ ਬਿਨੇ ਉਚਾਰੀ। ਸਤਿਗੁਰਾਂ ਦੇ ਚਰਨਾਂ ਤੇ ਨਮਾਮ ਕਰਕੇ ਉਸ ਸਿੱਖ ਨੇ ਬੇਨਤੀ ਕੀਤੀ ਗਰੀਬ ਨਵਾਜ ਸਤਿਗੁਰਾਂ ਨੂੰ, ਉੱਠ ਕਰ ਚਲੀਏ ਸਦਨ ਮਝਾਰੀ। ਬੇਨਤੀ ਕੀਤੀ, ਮਹਾਰਾਜ ਕਿਰਪਾ ਕਰਕੇ ਆਪਣੇ ਇਸ ਸੇਵਕ ਦੇ ਘਰ ਚਰਨ ਪਾਓ। ਮਹਾਰਾਜ ਜੀ ਆਪ ਜੀ ਆਪਣੇ ਇਸ ਸੇਵਕ ਦੇ ਘਰ ਨੂੰ ਆਪਣੇ ਚਰਨ ਪਾ ਕੇ ਪਵਿੱਤਰ ਕਰੋ। ਚਰਨ ਪਰੇ ਤੇ ਪਾਵਨ ਹੋਵੇ। ਕਿਉਂਕਿ ਜਿੱਥੇ ਆਪ ਜੀ ਚਰਨ ਧਰਦੇ ਹੋ ਉਹ ਥਾਂ ਪਵਿੱਤਰ ਹੋ ਜਾਂਦੀ ਹੈ, ਉਹ ਜਗ੍ਹਾ ਪਾਵਨ ਹੋ ਜਾਂਦੀ ਹੈ। ਮਹਾਰਾਜ ਜੁਗਾਂ ਜੁਗਾਂ ਵਾਸਤੇ ਉਸ ਥਾਂ ਤੇ ਗੁਰੂ ਕੇ ਸਿੱਖ ਆ ਕੇ ਨਮਸਕਾਰਾਂ ਕਰਦੇ ਤੇ ਉੱਥੋਂ ਦੀ ਧੂੜ ਆਪਣੇ ਮਸਤਕ ਤੇ ਲਾਉਂਦੇ ਕਿ ਇਸ ਸਥਾਨ ਤੇ ਗੁਰਦੇਵ ਨੇ ਆਪਣੇ ਚਰਨ ਪਾਏ ਹਨ। ਮਹਾਰਾਜ ਜੀ ਕਿਰਪਾ ਕਰਕੇ ਆਪਣੇ ਸੇਵਕ ਦੇ ਘਰ ਚਰਨ ਪਾ ਕੇ ਘਰ ਨੂੰ ਪਾਵਨ ਤੇ ਪਵਿੱਤਰ ਕਰੋ। ਬਚਨ ਸੁਨੇ ਤੇ ਕਲੁਖ ਕਟੇ ਹੈ। ਮਹਾਰਾਜ ਜੀ ਤੁਹਾਡੇ ਬਚਨ ਸੁਣ ਕੇ ਕਲਯੁਗ ਦੇ ਕੀਤੇ ਜਿਤਨੇ ਗੁਨਾਹ ਹਨ, ਕਲਯੁਗ ਦੇ ਕੀਤੇ ਹੋਏ ਜਿਤਨੇ ਵੀ ਪਾਪ ਹਨ, ਉਹ ਕੱਟੇ ਜਾਂਦੇ ਹਨ। ਭਾਉ ਬਿਲੋਕ ਕਰਮ ਮਨ ਬਾਨੀ। ਜਦੋਂ ਸਤਿਗੁਰੂ ਜੀ ਨੇ ਆਪਣੇ ਇਸ ਸਿੱਖ ਦਾ ਭਾਉ ਵੇਖਿਆ, ਮਨ ਬਚ ਕਰਮ ਕਰਕੇ ਇਹਦੇ ਹਿਰਦੇ 'ਚ ਪ੍ਰੇਮ ਹੈ,
ਨਹੀਂ ਤਾਂ ਬਹੁਤਿਆਂ ਦੀਆਂ ਗੱਲਾਂ 'ਚ ਹੀ ਪ੍ਰੇਮ ਝਲਕਦਾ, ਹਿਰਦੇ 'ਚ ਪ੍ਰੇਮ ਨਹੀਂ ਹੁੰਦਾ। ਗੁਰੂ ਖਾਲਸਾ ਜੀ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ, ਮੂੰਹ ਵਿੱਚ ਪਿਆਰ ਦੀਆਂ ਮਿੱਠੀਆਂ ਬਾਤਾਂ ਤੇ ਹਿਰਦੇ ਵਿੱਚ ਛੁਰੀ ਚਲਾਉਣ ਦੀ ਬਿਰਤੀ ਹੁੰਦੀ ਹੈ। ਪਰ ਪਾਤਸ਼ਾਹ ਨੇ ਆਪਣੇ ਇਸ ਸਿੱਖ ਦੇ ਅੰਦਰ ਵੀ ਪ੍ਰੇਮ ਵੇਖਿਆ ਵੀ ਇਹ ਮਨ ਬਾਚ ਔਰ ਕਰਮ ਕਰਕੇ ਸਾਡੇ ਨਾਲ ਪ੍ਰੇਮ ਨਾਲ ਬੇਨਤੀ ਕਰ ਰਿਹਾ ਹੈ। ਗਮਨੇ ਤੈ ਨਿਕੇਤ ਗੁਣ ਖਾਨੀ। ਹੁਣ ਜਿੱਥੇ ਸਤਿਗੁਰੂ ਪ੍ਰੇਮ ਵੇਖਦੇ ਨੇ ਉੱਥੇ ਪ੍ਰਸੰਨ ਹੋ ਜਾਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਸਿੱਖ ਦੇ ਪ੍ਰੇਮ ਦੇ ਵਸੀਕਾਰ ਹੋਏ, ਇਹਦੇ ਨਾਲ ਇਹਦੇ ਘਰ ਨੂੰ ਚੱਲ ਪਏ। ਸਿੱਖ ਕੇ ਇੱਕ ਸੁਤ ਇੱਕ ਘਰ ਨਾਰੀ। ਸਿੱਖ ਦੇ ਘਰ ਆਏ ਤੇ ਸਿੱਖ ਦੇ ਘਰ ਵਿੱਚ ਇੱਕ ਇਹਦੀ ਘਰ ਵਾਲੀ ਹੈ ਤੇ ਇੱਕ ਇਹਦਾ ਛੋਟਾ ਜਿਹਾ ਬਾਲਕ ਹੈ, ਬੱਚਾ ਹੈ। ਗ੍ਰਸਿਓ ਹੁਤੋ ਦਾਰਿਦ ਮੈਂ ਭਾਰੀ। ਘਰ ਵਿੱਚ ਅੱਤ ਦੀ ਗਰੀਬੀ ਹੈ। ਖਾਲਸਾ ਜੀ, ਗਰੀਬੀ ਤਨ ਦੀ ਵੀ ਹੁੰਦੀ ਹੈ, ਗਰੀਬੀ ਮਨ ਦੀ ਵੀ ਹੁੰਦੀ ਹੈ। ਪਰ ਜੇ ਕੋਈ ਬਾਹਰੋਂ ਤਨ ਤੋਂ ਗਰੀਬ ਹੋਵੇ ਤੇ ਆਖੇ ਵੀ ਮਨ 'ਚ ਵੀ ਗਰੀਬ ਹੋਵੇ, ਐਸਾ ਨਹੀਂ ਹੁੰਦਾ। ਜਿਹੜਾ ਮਨ ਕਰਕੇ ਗਰੀਬੀ ਭਾਵ ਰੱਖੇ ਤੇ ਬਾਹਰੋਂ ਤਨ ਕਰਕੇ ਵੀ ਗਰੀਬ ਹੋਵੇ, ਐਸਾ ਨਹੀਂ ਹੁੰਦਾ। ਗਰੀਬੀ ਦਾ ਮਤਲਬ ਹੁੰਦਾ ਨਿਰਮਾਣਤਾ, ਨਿਮਰਤਾ, ਹਲੀਮੀ। ਆਮ ਕਰਕੇ ਸਮਾਜ ਵਿੱਚ ਜਿਹਦੇ ਕੋਲ ਧਨ ਦੇ ਚਾਰ ਛਿੱਲੜਦੇ ਉਹ ਅਮੀਰ ਹੈ, ਜਿਹਦੇ ਕੋਲ ਧਨ ਨਹੀਂ ਉਹ ਗਰੀਬ ਹੈ। ਪਰ ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਜਿਹਦੇ ਪੱਲੇ ਨਾਮ ਨਹੀਂ ਉਹ ਗਰੀਬ ਤੇ ਕੰਗਾਲ ਹੈ। ਜਿਹਦੇ ਪੱਲੇ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ, ਮੇਰੇ ਸਾਹਿਬ ਉਹਨੂੰ ਰਾਜਾ ਲਿਖਦੇ ਆ ਆਪਣੀ ਬਾਣੀ ਵਿੱਚ। ਮਹਾਰਾਜ ਜੀ ਕਹਿੰਦੇ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ। ਧਨ ਕਰਕੇ ਸਿੱਖ ਗਰੀਬ ਹੈ, ਘਰ ਦੇ ਵਿੱਚ ਭੋਜਨ ਸਹੀ ਤਰੀਕੇ ਨਾਲ ਨਹੀਂ ਪੱਕਦਾ। ਇੱਕ ਸਮੇਂ ਭੋਜਨ ਕਰ ਆਵੇਂ। ਇੱਕ ਸਮੇਂ ਘਰ ਦੇ ਵਿੱਚ ਭੋਜਨ ਆਉਂਦਾ ਹੈ, ਦੁਤੀਏ ਕਾਲ ਯੁਤ ਭੂਖ ਬਿਤਾਵੇਂ। ਤੇ ਦੂਜੇ ਸਮੇਂ ਭੁੱਖ ਦੇ ਵਿੱਚ, ਕੜਾਕੇ ਦੇ ਵਿੱਚ ਸਮਾਂ ਬਤੀਤ ਕਰਨਾ ਪੈਂਦਾ ਹੈ। ਇੱਕ ਵਾਰ ਭੋਜਨ ਕਰ ਖਵਾਇਓ। ਇੱਕ ਵਾਰ ਤਾਂ ਇਹਨੇ ਸਤਿਗੁਰੂ ਜੀ ਨੂੰ ਭੋਜਨ ਛਕਾ ਦਿੱਤਾ। ਸ਼ਾਮ ਦਾ ਵੇਲਾ ਸੀ, ਮਹਾਰਾਜ ਜੀ ਲਈ ਇੱਕ ਟਾਈਮ ਦਾ ਇਹਦੇ ਕੋਲ ਭੋਜਨ ਸੀ, ਉਹ ਸਤਿਗੁਰਾਂ ਨੂੰ ਭੋਜਨ ਛਕਾਇਆ। ਦਿਵਸ ਦੂਸਰੇ ਹੱਥ ਨਾ ਆਇਓ। ਹੁਣ ਅਗਲੇ ਦਿਨ ਵਾਸਤੇ ਲੱਭੇ ਨਾ ਕੁਝ। ਇੱਕ ਦਿਨ ਪਹਿਲੇ ਦਿਨ ਤਾਂ ਪ੍ਰਸ਼ਾਦਾ ਪਕਾ ਕੇ ਮਹਾਰਾਜ ਜੀ ਨੂੰ ਛਕਾ ਕੇ ਖੁਸ਼ੀ ਲਈ, ਅਗਲੇ ਦਿਨ ਵਾਸਤੇ ਘਰ ਵਿੱਚ ਅੰਨ ਨਹੀਂ ਸੀ। ਦੋਹਰਾ ਸੋਜ ਅਲਪ ਸੀ ਕਰ ਹੁਤੀ, ਵੇਚੀ ਜਾਏ ਬਾਜ਼ਾਰ। ਕੀ ਕੀਤਾ ਸਿੱਖ ਨੇ ਕਿ ਘਰ ਦੇ ਵਿੱਚ ਕੋਈ ਪਦਾਰਥ ਪਿਆ ਸੀ, ਕੋਈ ਥੋੜਾ ਜਿਹਾ ਸਮਾਨ ਪਿਆ ਸੀ, ਉਹ ਜਾ ਕੇ ਨੇ ਬਾਜ਼ਾਰ ਵਿੱਚ ਵੇਚ ਦਿੱਤਾ। ਬਦਲੇ ਵਿੱਚ ਅੰਨ ਮਿਲੇਗਾ ਤੇ ਉਹਦੇ ਦੋ ਪ੍ਰਸ਼ਾਦੇ ਪਕਾਵਾਂਗਾ, ਸਤਿਗੁਰਾਂ ਨੂੰ ਛਕਾਵਾਂਗਾ। ਇਸ ਕਰਕੇ ਘਰ ਵਿੱਚ ਕੋਈ ਥੋੜੀ ਬਹੁਤੀ ਵਸਤੂਆਂ, ਕੋਈ ਬਹੁਤਾ ਕੁਝ ਨਹੀਂ ਸੀ। ਕੁਝ ਕੁ ਪਦਾਰਥ ਪਏ ਸਨ ਘਰ ਵਿੱਚ, ਉਹ ਜਾ ਕੇ ਬਾਜ਼ਾਰ 'ਚ ਇਸ ਸਿੱਖ ਨੇ ਵੇਚ ਦਿੱਤੇ। ਆਨ ਅੰਨ ਭੋਜਨ ਕਰਿਓ, ਬਹੁਰ ਨ ਕਛੂ ਆਹਾਰ। ਉਹਦਾ ਓਨਾ ਕੁ ਅਨਾਜ ਮਿਲਿਆ ਜਿੰਨਾ ਕੁ ਇੱਕ ਟਾਈਮ 'ਚ ਪੱਕ ਜਾਏ। ਉਹਦਾ ਅੰਨ ਲਿਆਂਦਾ, ਘਰ ਲਿਆ ਕੇ ਪ੍ਰਸ਼ਾਦਾ ਮਹਾਰਾਜ ਜੀ ਲਈ ਤਿਆਰ ਕਰਕੇ ਸਤਿਗੁਰਾਂ ਨੂੰ ਛਕਾਇਆ, ਭਾਈ ਬਾਲਾ ਜੀ ਨੂੰ ਛਕਾਇਆ। ਪਰ ਦੁਬਾਰਾ ਅਗਲੇ ਦਿਨ ਵਾਸਤੇ, ਸ਼ਾਮ ਵਾਸਤੇ ਭੋਜਨ ਨਹੀਂ ਹੈ। ਜਿੰਨਾ ਕੁ ਮਿਲਿਆ ਸੀ ਇੱਕ ਟਾਈਮ 'ਚ ਭੋਜਨ ਪਕਾ ਕੇ ਛਕਾ ਦਿੱਤਾ। ਜੋ ਪਈ ਅਗਲੇ ਦਿਵਸ ਸੀਸ ਕੇ ਬਾਰਾ। ਅਗਲੇ ਦਿਨ ਇਹਦੀ ਘਰਵਾਲੀ ਦੇ ਪਾਸ ਸਿਰ ਦੇ ਵਿੱਚ, ਕੇਸਾਂ ਵਿੱਚ ਲਾਉਣ ਵਾਲਾ ਕੋਈ ਛੋਟਾ ਜਿਹਾ ਗਹਿਣਾ ਸੀ, ਉਹ ਲੈ ਲਿਆ। ਸੋ ਉਤਰਾਏ ਦਾਮ ਕਰ ਤਿਆਰਾ। ਉਹ ਜਾ ਕੇ ਦੇ ਕੇ ਉਹਦੇ ਜਿਹੜੇ ਪੈਸੇ ਮਿਲੇ ਉਹਨੂੰ ਗਿਰਵੀ ਧਰਿਆ, ਜੋ ਕੁਝ ਪੈਸੇ ਉਹਦੇ ਤੋਂ ਪ੍ਰਾਪਤ ਹੋਏ। ਵੇਚ ਸੋ ਅੰਨ ਆਨ ਦੀਏ ਨਾਰੀ। ਤੇ ਉਹਦਾ ਅੰਨ ਪਕਾ ਕੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਭੋਜਨ ਛਕਾਇਆ। ਕਹਿ ਆਹਾਰ ਕਰ ਤੂਰਨ ਤਿਆਰੀ। ਔਰ ਭੋਜਨ ਤਿਆਰ ਕੀਤਾ ਬੜੀ ਰੀਝ ਨਾਲ, ਬੜੀ ਭਾਵਨਾ ਨਾਲ ਭੋਜਨ ਤਿਆਰ ਕੀਤਾ। ਜਲ ਸੁਚ ਆਨ ਲੀਪ ਕਰ ਥਾਈ। ਸੁੱਚਾ ਜਲ ਲਿਆਂਦਾ ਤੇ ਜਿੱਥੇ ਪਾਤਸ਼ਾਹ ਜੀ ਨੂੰ ਬਿਠਾਣਾ ਸੀ, ਜਿੱਥੇ ਭੋਜਨ ਤਿਆਰ ਕਰਨਾ ਸੀ, ਉਹ ਜਗ੍ਹਾ ਵੀ ਚੰਗੀ ਤਰ੍ਹਾਂ ਸਾਫ਼ ਸਫਾਈ ਕੀਤੀ ਹੈ। ਖਾਲਸਾ ਜੀ, ਜਿੱਥੇ ਗੁਰੂ ਸਾਹਿਬ ਜੀ ਨੂੰ, ਪਾਤਸ਼ਾਹ ਨੂੰ
ਪਾਤਸ਼ਾਹ ਨਮਿੱਤ ਅਸੀਂ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੀਏ, ਚਾਹੇ ਪ੍ਰਸ਼ਾਦਾ ਤਿਆਰ ਕਰੀਏ, ਉਹ ਥਾਂ ਆਲਾ ਦੁਆਲਾ ਸਾਫ ਸੁਥਰਾ ਹੋਣਾ ਚਾਹੀਏ। ਤੋ ਇਸ ਸਿੱਖ ਦੀ ਘਰਵਾਲੀ ਨੇ ਲੀਪ ਪੋਚਾ ਕਰਕੇ ਸੁੱਚਾ ਜਲ ਲਿਆ ਕੇ ਉੱਥੇ ਆਲੇ ਦੁਆਲੇ ਬੜੇ ਸੋਹਣੇ ਢੰਗ ਨਾਲ ਸਾਫ ਸਫਾਈ ਕਰਕੇ ਸਤਿਗੁਰੂ ਜੀ ਲਈ ਭੋਜਨ ਤਿਆਰ ਕੀਤਾ। ਪੁਨ ਸਮਦਾਲੀ ਅਗਨ ਜਰਾਈ, ਲੱਕੜਾਂ ਲਿਆਂਦੀਆਂ ਤੇ ਉਹ ਲੱਕੜਾਂ ਅੱਗ ਦੇ ਵਿੱਚ ਰੱਖ ਕੇ ਬਾਲੀਆਂ। ਕਾਰਜ ਕਿਸ ਕੋ ਉੱਠ ਕਰ ਗਈ, ਇਹ ਆਪ ਉਹ ਚੁੱਲ੍ਹੇ 'ਚ ਅੱਗ ਬਾਲ ਕੇ ਨਾ ਤੇ ਪ੍ਰਸ਼ਾਦਾ ਪੱਕ ਰਿਹਾ, ਕੋਈ ਸਬਜ਼ੀ ਭਾਜੀ ਰੱਖੀ ਹੋਈ ਉਹ ਤਿਆਰ ਹੋ ਰਹੀ ਸੀ, ਤੇ ਉਥੋਂ ਚੁੱਲ੍ਹੇ ਦੇ ਵਿੱਚੋਂ ਇਹ ਕਿਤੇ ਸੱਜੇ ਖੱਬੇ ਕੰਮ ਪਾਸੇ ਹੋਰ ਕਿਤੇ ਚਲੀ ਗਈ। ਬਾਰਿਕ ਤਹਾਂ ਬਿਠਾਵਤ ਪਈ, ਇਹ ਆਪਣੇ ਬੱਚੇ ਨੂੰ ਉੱਥੇ ਬਿਠਾ ਗਈ। ਨੇੜੇ ਹੀ ਕਿਤੇ ਚੁੱਲ੍ਹੇ ਦੇ 'ਚ ਅੱਗ ਬਲਦੀ ਸੀ, ਬੱਚਾ 2-3 ਸਾਲ ਦਾ 3 ਸਾਲ ਦਾ ਹੋਵੇਗਾ, ਉਹਨੂੰ ਉੱਥੇ ਕੋਲ ਬਿਠਾ ਗਈ। ਪੀਛੇ ਤੇ ਸੋ ਸਿਸ ਗਿਰ ਪਰਾ, ਉਹ ਬੱਚਾ ਕਿਤੇ ਖੇਡਦਾ ਸ਼ਰਾਰਤ ਕਰਦਾ ਤੇ ਉਹ ਜਿਹੜੀ ਅੱਗ ਬਲਦੀ ਸੀ ਚੁੱਲ੍ਹੇ 'ਚ, ਉਸ ਅੱਗ ਦੇ ਵਿੱਚ ਡਿੱਗ ਪਿਆ ਤੇ ਕੱਪੜਿਆਂ ਨੂੰ ਅੱਗ ਲੱਗੀ, ਬੱਚੇ ਦਾ ਸਰੀਰ ਸੜ ਗਿਆ। ਇਹ ਆਪ ਕਿਤੇ ਕੰਮ ਗਈ ਹੋਈ ਸੀ ਬਾਹਰ, ਇਹਨੂੰ ਨਹੀਂ ਪਤਾ ਵੀ ਉੱਥੇ ਕੀ ਹੋਇਆ। ਬੱਚੇ ਨੂੰ ਕੋਲ ਬਿਠਾ ਗਈ। ਪਰਮੇਸ਼ਰ ਦੀ ਖੇਡ ਵਰਤਣੀ ਸੀ, ਮਹਾਰਾਜ ਜੀ ਨੇ ਪਰਖਣਾ ਸੀ ਸੇਵਕਾਂ ਨੂੰ। ਤੂੰ ਕਹਿੰਦੇ ਉਹ ਬੱਚਾ ਕੋਈ 2-3 ਸਾਲ ਦਾ ਹੋਵੇਗਾ, ਉਹ ਖੇਡਦਾ ਸ਼ਰਾਰਤੀ ਹੁੰਦੇ ਆ ਬਾਲਕ, ਉਸ ਅੱਗ ਦੇ ਵਿੱਚ ਡਿੱਗ ਪਿਆ। ਅਗਨ ਬਿਕੇ ਸਾਰੋ ਤਨ ਜਰਾ, ਉਹਦਾ ਸਾਰਾ ਸਰੀਰ ਅੱਗ ਦੇ ਵਿੱਚ ਸੜ ਗਿਆ। ਆਨ ਅੰਗ ਨਾ ਪਿਖਿਓ ਕਸੂਤਾ, ਜਦੋਂ ਉਸ ਸਿੱਖਣੀ ਨੇ ਆ ਕੇ ਵੇਖਿਆ ਵੀ ਇਹ ਤਾਂ ਇੱਕਦਮ ਹੌਲ ਵੀ ਪਿਆ ਮਨ ਨੂੰ ਵੀ ਆਹ ਕੀ ਭਾਣਾ ਵਰਤ ਗਿਆ, ਨੇਤਰ ਭਰ ਗਏ, ਪਰ ਰੋਲਾ ਨਹੀਂ ਪਾਇਆ, ਉੱਚੀ ਚੀਖ ਨਹੀਂ ਮਾਰੀ, ਰੋਈ ਨਹੀਂ ਵੀ ਕਿਤੇ ਘਰ ਦਾ ਇਹ ਰੌਲਾ ਸੁਣ ਕੇ ਸਤਿਗੁਰੂ ਜੀ ਆਏ ਨੇ ਤੇ ਉਹ ਚਲੇ ਨਾ ਜਾਣ। ਆਪਣੇ ਮਨ ਦੇ ਦੁੱਖ ਨੂੰ ਕਿੱਡਾ ਵੱਡਾ ਬਰਦਾਸ਼ਤ ਦਾ ਮਾਦਾ ਹੋਵੇਗਾ। ਧੰਨ ਗੁਰੂ ਕੀ ਸਿੱਖੀ। ਨੇਤਰਾਂ ਸਾਹਮਣੇ ਇੱਕੋ ਇੱਕ ਪੁੱਤਰ ਸੜ ਕੇ ਮਰ ਚੁੱਕਾ ਹੈ, ਉਹਦੀ ਮੌਤ ਹੋ ਗਈ ਹੈ, ਪਰ ਕਿੰਨਾ ਜਿਗਰਾ ਹੋਵੇਗਾ ਇਸ ਦੇ ਹਿਰਦੇ ਵਿੱਚ, ਕਿੰਨੀ ਬਰਦਾਸ਼ਤ ਦੀ ਸ਼ਕਤੀ। ਖਾਲਸਾ ਜੀ ਇਦਾਂ ਹੀ ਨਹੀਂ ਗਲਾਂ ਦੇ ਜਿਗਰ ਦੇ ਟੋਟਿਆਂ ਨੂੰ ਟੁਕੜੇ ਕਰਾ ਕੇ ਮਾਈਆਂ ਨੇ ਆਪਣੇ ਕੰਠ 'ਚ ਹਾਰ ਬਣਾ ਕੇ ਪਹਿਨਿਆ ਹੈ। ਅੱਖਾਂ ਦੇ ਸਾਹਮਣੇ ਨੇਜਿਆਂ ਵਿੱਚ ਟੰਗਦਿਆਂ ਹੋਇਆਂ ਬੱਚਿਆਂ ਨੂੰ ਵੇਖਿਆ। ਧੰਨ ਨੇ ਉਹ ਮਾਈਆਂ ਜਿਨ੍ਹਾਂ ਨੇ ਗੁਰੂ ਕੀ ਸਿੱਖੀ ਨੂੰ, ਸਿਦਕ ਨੂੰ ਪਾਤਸ਼ਾਹ ਜੀ ਦੀ ਦਇਆ ਦੇ ਨਾਲ ਕੇਸਾਂ ਸਵਾਸਾਂ ਨਾਲ ਨਿਭਾਇਆ। ਨਮਸਕਾਰ ਹੈ। ਜਦੋਂ ਅਰਦਾਸ ਕਰਦੇ ਆ ਨਾ, ਕੱਲਾ ਸਿੰਘਾਂ ਦਾ ਨਾਂ ਨਹੀਂ ਲੈਂਦੇ, ਉੱਥੇ ਨਾਲ ਕਿਹਾ ਜਾਂਦਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਉਹਨਾਂ ਸਾਰਿਆਂ ਨੂੰ ਅਸੀਂ ਚੇਤੇ ਕਰਦੇ ਹਾਂ। ਤੋ ਨੇਤਰਾਂ ਦੇ ਸਾਹਮਣੇ ਜਦੋਂ ਆ ਕੇ ਵੇਖਿਆ ਵੀ ਇਹ ਤਾਂ ਬੜਾ ਭਾਣਾ ਵਰਤ ਗਿਆ ਅਕਾਲ ਪੁਰਖ ਦਾ। ਜਰ ਕੈ ਪਰਿਓ ਮਿਰਤਕ ਹੋਏ ਪੂਤਾ, ਇਹ ਪੁੱਤਰ ਸੜ ਕੇ ਮਰਿਆ ਪਿਆ ਹੈ ਸਾਹਮਣੇ। ਤੂਸ਼ਨ ਰਹੀ ਹਿਰਦੇ ਅਸ ਜਾਨਾ, ਚੁੱਪ ਰਹੀ, ਨੇਤਰ ਤਾਂ ਭਰੇ ਨੇ, ਅੱਖਾਂ ਤਾਂ ਰੋਈਆਂ ਨੇ, ਮਨ 'ਚ ਮਮਤਾ ਤਾਂ ਆਈ ਹੈ, ਪਰ ਮਨ ਹੀ ਮਨ ਸੋਚਦੀ ਹੈ। ਸੁਨੇ ਨ ਸੰਤ ਬਾਤ ਏ ਕਾਨਾ, ਆਖਿਆ ਕਿਤੇ ਸਤਿਗੁਰੂ ਜੀ ਬੈਠੇ ਨੇ ਬਾਹਰ, ਉਹ ਜੇ ਮੈਂ ਰੋਵਾਂਗੀ, ਉੱਚੀ ਬੋਲਾਂਗੀ ਤੇ ਉਹ ਕਿਤੇ ਸੁਣ ਨਾ ਲੈਣ। ਜਾਏ ਖੁਦਤ ਸੋ ਬਿਨਾ ਆਹਾਰਾ, ਉਹਨਾਂ ਨੇ ਕਹਿਣਾ ਵੀ ਇਹਨਾਂ ਦੇ ਘਰ ਤਾਂ ਬੱਚੇ ਦੀ ਮੌਤ ਹੋ ਗਈ, ਵੀ ਹੁਣ ਇੱਥੇ ਕੀ ਪ੍ਰਸ਼ਾਦਾ ਛਕਾਂਗੇ। ਸੁਭਾਵਕ ਹੈ ਵੀ ਉਹਨਾਂ ਨੇ ਪ੍ਰਸ਼ਾਦਾ ਛਕੇ ਬਿਨਾ ਟੁਰ ਜਾਣਾ, ਤੇ ਜੇ ਉਹ ਪ੍ਰਸ਼ਾਦਾ ਛਕੇ ਬਿਨਾ ਚਲੇ ਗਏ, ਯੋਗ ਨਹੀਂ, ਮੈਂ ਤਾਂ ਉਹਨਾਂ ਲਈ ਭੋਜਨ ਤਿਆਰ ਕਰ ਰਹੀ ਹਾਂ, ਇਉਂ ਆਪਣੇ ਮਨ 'ਚ ਸੋਚਦੀ ਹੈ। ਦੋਸ਼ ਲਗੇ ਹਮਰੇ ਸਿਰ ਭਾਰਾ, ਮੇਰੇ ਸਿਰ ਤੇ ਵੱਡਾ ਦੋਸ਼ ਲੱਗੇਗਾ ਜੇ ਸਤਿਗੁਰੂ ਜੀ ਭੋਜਨ ਛਕੇ ਬਿਨਾ ਟੁਰ ਗਏ। ਸੁਤ ਕੋ ਬਸਤਰ ਲਪੇਟ ਬਣਾਏ, ਇਹਨੇ ਇੱਕ ਕੱਪੜਾ ਲਿਆ ਤੇ ਉਸ ਕੱਪੜੇ ਵਿੱਚ ਆਪਣੇ ਪੁੱਤਰ ਦੀ ਜਿਹੜੀ ਲਾਸ਼ ਸੀ ਉਹ ਲਪੇਟ ਲਈ, ਵੀ ਉਹਨੂੰ ਲਪੇਟ ਕੇ ਉਸ ਪੁੱਤਰ ਦੀ ਲਾਸ਼ ਨੂੰ ਘਰ ਅੰਦਰ ਆਈ ਪੋੜਾਏ, ਤੇ ਅੰਦਰ ਜਾ ਕੇ ਮੰਜੇ ਦੇ ਉੱਤੇ ਬੱਚੇ ਦੀ ਲਾਸ਼ ਜਿਹੜੀ ਸੀ ਉਹ ਲਟਾ ਦਿੱਤੀ, ਕੱਪੜੇ ਨਾਲ ਲਪੇਟ ਦਿੱਤੀ। ਨਿਜ ਪਤੀ ਪਾਸ ਨਾ ਬਾਤ ਬਖਾਨੀ, ਇੰਨਾ ਹੌਸਲਾ ਕੀਤਾ ਇਸ ਸਿੱਖਣੀ ਨੇ ਕਿ ਆਪਣੇ ਪਤੀ ਨੂੰ ਵੀ ਇਹ ਗੱਲ ਨਹੀਂ ਦੱਸੀ ਵੀ ਕਿਤੇ ਉਹ ਨਾ ਡੋਲ ਜੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਵੀ ਕਿਤੇ ਉਹ ਸੁਣ ਕੇ ਨਾ ਡੋਲ ਜੇ।
ਉਹਨੂੰ ਵੀ ਇਹ ਗੱਲ ਨਹੀਂ ਦੱਸੀ। ਭੋਜਨ ਕੀਨੋ ਪਰਮ ਸਿਆਣੀ, ਬੜੀ ਪਰਮ ਸਿਆਣੀ ਹੈ, ਇਹਨੇ ਭੋਜਨ ਤਿਆਰ ਕੀਤਾ। ਸ਼੍ਰੀ ਨਾਨਕ ਕੋ ਬੌਰ ਬੁਲਾਏ, ਜਦੋਂ ਭੋਜਨ ਤਿਆਰ ਹੋਇਆ ਤੇ ਮਹਾਰਾਜ ਜੀ ਨੂੰ ਪੰਗਤ ਵਿੱਚ ਬਿਠਾਣਾ ਸੀ, ਚੌਂਕੀ ਡਸਾਈ ਹੋਈ ਆ, ਸਤਿਗੁਰਾਂ ਵਾਸਤੇ ਬੁਲਾਇਆ ਭੋਜਨ ਛਕਣ ਨੂੰ। ਬੈਠਾ ਰੇ ਜੋ ਹੁਤੀ ਸੁਚ ਥਾਏ, ਬੜਾ ਭਲਾ ਥਾਂ ਸੁਧਾਰਿਆ ਜਿੱਥੇ ਮਹਾਰਾਜ ਜੀ ਦੇ ਬੈਠਣ ਦਾ ਪ੍ਰਬੰਧ ਕੀਤਾ। ਚੌਂਕੀ ਡਸਾਈ ਹੋਈ, ਉੱਤੇ ਸੋਹਣਾ ਵਿਛਾਉਣਾ ਵਿਛਾਇਆ ਹੋਇਆ, ਮਹਾਰਾਜ ਜੀ ਨੂੰ ਉਹਦੇ ਤੇ ਬਿਠਾਇਆ। ਜਬ ਹੀ ਧਰਾ ਆਹਾਰ ਅਗਾਰੀ, ਜਦੋਂ ਥਾਲ ਪ੍ਰਸ਼ਾਦੇ ਦਾ ਇਹਨੇ ਸਤਿਗੁਰਾਂ ਦੇ ਸਨਮੁਖ ਰੱਖਿਆ, ਤਬ ਹੀ ਸ਼੍ਰੀ ਗੁਰ ਗਿਰਾ ਉਚਾਰੀ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਸੁੰਦਰ ਬਾਰਿਕ ਹੋਤੋ ਤੁਮਾਰੋ। ਮਹਾਰਾਜ ਜੀ ਕਹਿਣ ਲੱਗੇ, ਬੇਟਾ ਇੱਥੇ ਤੁਹਾਡੇ ਘਰ ਵਿੱਚ ਇੱਕ ਬੜਾ ਸੋਹਣਾ ਬੱਚਾ ਫਿਰਦਾ ਸੀ। ਸੁੰਦਰ ਬਾਰਕ ਹੋਤੋ ਤੁਹਾਰੋ, ਤੁਹਾਡਾ ਬੱਚਾ ਬੜਾ ਸੋਹਣਾ ਸੀ, ਇੱਥੇ ਫਿਰਦਾ ਸੀ। ਅਬ ਨੇ ਪਿਖੀਅਤ ਸਦਨ ਮਜਾਰੋ, ਜਾਣੀ ਜਾਣਦੇ ਸੀ ਸਭ ਕੁਝ। ਮਹਾਰਾਜ ਕਹਿੰਦੇ ਉਸ ਬੱਚੀ ਨੂੰ ਸਿੱਖ ਦੀ ਘਰ ਵਾਲੀ ਨੂੰ ਕਹਿੰਦੇ ਆ। ਮਹਾਰਾਜ ਜੀ ਕਹਿੰਦੇ ਆ, ਪੁੱਤਰੀ ਉਹ ਨਜ਼ਰ ਨਹੀਂ ਆਉਂਦਾ ਹੁਣ ਘਰ ਵਿੱਚ, ਉਹ ਕਿੱਥੇ ਆ ਬੱਚਾ ਜਿਹੜਾ ਇੱਥੇ ਤੁਹਾਡੇ ਘਰ ਵਿੱਚ ਸੀ? ਕਹੇ ਤੀਆ ਸੋਇਓ ਕਰ ਮਾਈ। ਉਹ ਹੱਥ ਜੋੜ ਕੇ ਕਹਿਣ ਲੱਗੀ, ਮਹਾਰਾਜ ਜੀ ਉਹ ਸੁੱਤਾ ਪਿਆ ਗਰੀਬ ਨਵਾਜ ਪਾਤਸ਼ਾਹ, ਉਹ ਸੁੱਤਾ ਪਿਆ ਹੈ। ਖਿਲਤ ਅਲਸ ਪਾ ਜਾਗਤ ਨਾਈ। ਮਹਾਰਾਜ ਜੀ ਉਹ ਖੇਡਦਾ ਥੱਕ ਗਿਆ, ਹੁਣ ਉਹ ਜਾਗਦਾ ਨਹੀਂ। ਉਹ ਖੇਡਦਾ ਥੱਕ ਗਿਆ, ਹੁਣ ਉਹ ਨਹੀਂ ਉੱਠਦਾ, ਹੁਣ ਉਹ ਨਹੀਂ ਜਾਗਦਾ। ਸੁਨ ਸੁਮਤੇ ਸ਼ਿਸ਼ੂ ਲਿਓ ਜਗਾਈ। ਸੁਣ ਕੇ ਮਹਾਰਾਜ ਜੀ ਕਹਿਣ ਲੱਗੇ, ਪੁੱਤਰ ਏਦਾਂ ਕਰ ਵੀ ਉਹਨੂੰ ਜਗਾ ਕੇ ਲਿਆ। ਪਾਤਸ਼ਾਹ ਕਹਿੰਦੇ, ਮਹਾਰਾਜ ਜੀ ਕਹਿੰਦੇ ਵੀ ਉਹਨੂੰ ਜਗਾ ਕੇ ਲੈ ਕੇ ਆ। ਆਨੇ ਨਿਕਟ ਤਾ ਭੋਜਨ ਖਾਈ। ਉਹ ਆਏਗਾ ਸਾਡੇ ਕੋਲ ਤਾਂ ਅਸੀਂ ਪ੍ਰਸ਼ਾਦਾ ਛਕਣਾ। ਮਹਾਰਾਜ ਜੀ ਕਹਿੰਦੇ ਉਹਨੂੰ ਉਠਾ ਕੇ ਲਿਆ, ਜੇ ਉਹ ਆਏਗਾ ਸਾਡੇ ਕੋਲ ਤਾਂ ਅਸੀਂ ਪ੍ਰਸ਼ਾਦਾ ਛਕਾਂਗੇ। ਤਬ ਨਾਰੀ ਤੂਸ਼ਨ ਹੋਏ ਰਹੀ। ਸੁਣ ਕੇ ਉਹ ਬੀਬੀ ਚੁੱਪ ਕਰ ਰਹੀ, ਉਹ ਕੁਝ ਨਹੀਂ ਬੋਲੀ। ਤੈਂ ਪ੍ਰਤ ਬੋਰੋ ਸਤਿਗੁਰ ਕਹੀ। ਪਾਤਸ਼ਾਹ ਜੀ ਮਹਾਰਾਜ ਜੀ ਦੇ ਸਨਮੁਖੋਂ ਕੁਝ ਨਾ ਬੋਲੀ। ਬਾਰਕ ਨਾਮ ਕਹੋ ਕਿਆ ਰਾਖਾ। ਮਹਾਰਾਜ ਜੀ ਕਹਿੰਦੇ ਆਵਾਜ਼ ਮਾਰੋ, ਉਹਨੂੰ ਬੁਲਾਓ। ਤੇ ਕਹਿਣ ਲੱਗੀ, ਮਹਾਰਾਜ ਮੇਰੀ ਆਵਾਜ਼ ਮਾਰਿਆ ਨਹੀਂ ਉਹਨੇ ਉੱਠਣਾ, ਤੇ ਜੇ ਤੁਸੀਂ ਕਿਰਪਾ ਕਰਕੇ ਆਵਾਜ਼ ਮਾਰੋ ਤੇ ਖਬਰੇ ਆ ਜਾਏ। ਮਹਾਰਾਜ ਜੀ ਪੁੱਛਦੇ, ਬੇਟਾ ਬੱਚੇ ਦਾ ਨਾਂ ਕੀ ਹੈ? ਕੀ ਨਾਂ ਲੈ ਕੇ ਬੱਚੇ ਨੂੰ ਆਵਾਜ਼ ਮਾਰਦੇ ਹੋ? ਕੀ ਨਾਂ ਲੈ ਕੇ ਸੱਦਦੇ ਹੋ? ਲਾਲਾ ਅਹੇ ਸਿੱਖ ਨੇ ਪਾਖਾ। ਉਹ ਸਿੱਖਣੀ ਨਹੀਂ ਬੋਲੀ, ਕੋਲੋਂ ਸਿੱਖ ਬੋਲਿਆ, ਉਹਨੂੰ ਨਹੀਂ ਸੀ ਪਤਾ ਵੀ ਇਹ ਖੇਡ ਵਰਤ ਗਈ ਹੈ। ਕਹਿਣ ਲੱਗਾ, ਮਹਾਰਾਜ ਜੀ ਮੇਰੇ ਬੱਚੇ ਦਾ ਨਾਮ ਲਾਲਾ ਹੈ। ਸੁਣ ਕੇ ਸ਼੍ਰੀ ਪ੍ਰਭ ਤਿਸੇ ਹਕਾਰਾ। ਸੁਣ ਕੇ ਮਹਾਰਾਜ ਜੀ ਨੇ ਆਵਾਜ਼ ਮਾਰੀ, ਲਾਲਿਆ ਆ ਜਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਲਾਲਾ ਕਹਿੰਦੇ ਨੇ ਪਿਆਰੇ ਨੂੰ। ਮਹਾਰਾਜ ਜੀ ਕਹਿੰਦੇ ਆ, ਲਾਲਾ ਆ ਜਾ। ਇਉਂ ਆਵਾਜ਼ ਮਾਰੀ, ਆਵੋ ਲਾਲਾ ਕਰੋ ਆਹਾਰਾ। ਆ ਜਾ ਲਾਲਿਆ, ਭੋਜਨ ਛਕ ਲੈ, ਪ੍ਰਸ਼ਾਦਾ ਤਿਆਰ ਹੋ ਗਿਆ, ਆ ਬਹਿ ਕੇ ਪ੍ਰਸ਼ਾਦਾ ਛਕੀਏ। ਜੀਵੇਓ ਸਿਸ ਸੋ ਗੁਰੂ ਅਲਾਵਾ। ਪਗ ਸੋ ਚਲਤ ਸਮੀਪ ਸੋ ਆਵਾ। ਸਤਿਗੁਰਾਂ ਦੀ ਆਵਾਜ਼ ਮੁਰਦਿਆਂ ਨੂੰ ਜੀਵਨ ਬਖਸ਼ਦੀ ਹੈ। ਮੇਰੇ ਗਰੀਬ ਨਵਾਜ ਸਾਹਿਬ ਨੇ ਜਦੋਂ ਆਵਾਜ਼ ਮਾਰੀ ਨਾ, ਪੁੱਤ ਲਾਲਾ ਆ ਜਾ ਪ੍ਰਸ਼ਾਦਾ ਛਕ ਲੈ, ਕਹਿੰਦੇ ਸੁਣਦਿਆਂ ਸਾਰ ਉਹ ਮੁਰਦਾ ਬਾਲਕ ਜੀਵਤ ਹੋ ਕੇ ਉੱਠ ਕੇ ਪੈਦਲ ਚੱਲ ਕੇ ਸਤਿਗੁਰਾਂ ਕੋਲ ਬਾਹਰ ਆਇਆ। ਸਤਿ ਸ੍ਰੀ ਅਕਾਲ। ਸ਼ੰਕਾਵਾਦੀ ਨਾ ਮੰਨਣ, ਅਸੀਂ ਕਿਸੇ ਨੂੰ ਮਨਾ ਕੇ ਕਿਸੇ ਕੋਲੋਂ ਕੱਖ ਨਹੀਂ ਲੈਣਾ, ਪਰ ਸਾਡੀ ਇਹ ਭਾਵਨਾ ਮੇਰਾ ਗੁਰੂ ਸਮਰੱਥ ਹੈ, ਚਾਹੇ ਤੇ ਮੁਰਦਿਆਂ ਨੂੰ ਜਿਉਂਦਾ ਕਰ ਸਕਦਾ ਹੈ। ਸਤਿਗੁਰੂ ਮੇਰਾ ਮਾਰ ਜਵਾਲੇ। ਕੋਈ ਨਾ ਮੰਨੇ, ਅਸੀਂ ਉਹਨੂੰ ਮਨਾ ਕੇ ਉਹਦੇ ਕੋਲੋਂ ਸਰਟੀਫਿਕੇਟ ਨਹੀਂ ਲੈਣਾ ਭਾਈ।
ਗੁਰੂ ਸਾਹਿਬ ਜੀ ਦੀ ਪਾਰਸ ਕਲਾ ਗੁਰਦੇਵ ਦੇ ਚਰਨਾਂ 'ਚ ਵਰਤਦੀ ਹੈ। ਸਤਿਗੁਰੂ ਜੀ ਦੇ ਬਚਨ ਸੁਣਦਿਆਂ ਕਹਿੰਦੇ ਉਹ ਬੱਚਾ ਆਇਆ, ਮਹਾਰਾਜ ਸੱਚੇ ਪਾਤਸ਼ਾਹ ਦੇ ਪਾਸ ਆਪ ਟੁਰ ਕੇ ਚੱਲ ਕੇ ਆਇਆ। ਨਿਜ ਕਰ ਸੋ ਗੁਰ ਦੀਨ ਆਹਾਰਾ। ਬੱਚੇ ਨੂੰ ਸੋਝੀ ਹੋ ਗਈ, ਮਹਾਰਾਜ ਜੀ ਨੂੰ ਨਮਸਕਾਰ ਕੀਤੀ। ਪਾਤਸ਼ਾਹ ਨੇ ਆਪਣੇ ਹੱਥੀਂ ਪ੍ਰਸ਼ਾਦੇ ਆਪਣੇ ਥਾਲ ਵਿੱਚੋਂ ਪ੍ਰਸ਼ਾਦਾ ਇੱਕ ਹੋਰ ਥਾਲ 'ਚ ਪਾ ਕੇ ਉਸ ਬੱਚੇ ਨੂੰ ਛਕਣ ਵਾਸਤੇ ਦਿੱਤਾ। ਖਾਤ ਮਾਤ ਪਾਹਰ ਖੇ ਅਪਾਰਾ। ਮਾਂ ਕੋਲ ਬੈਠੀ ਆ, ਕੁਝ ਬੋਲ ਨਹੀਂ ਹੁੰਦਾ, ਨੇਤਰ ਭਰੇ ਹੋਏ ਨੇ, ਕੰਠ ਰੁਕਿਆ ਹੋਇਆ, ਤੇ ਉਧਰ ਬਾਲਕ ਵੱਲ ਵੇਖਦੀ ਹੈ, ਉਧਰ ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਵੱਲ ਵੇਖਦੀ ਹੈ। ਮਨ ਹੀ ਮਨ ਗੁਰੂ ਸਾਹਿਬ ਦੇ ਚਰਨ ਮਨਾਉਂਦੀ ਤੇ ਸ਼ੁਕਰ ਮਨਾਉਂਦੀ ਹੈ। ਜਿਹੜੀ ਖੁਸ਼ੀ ਉਸ ਮਾਂ ਦੇ ਹਿਰਦੇ ਵਿੱਚ ਉਸ ਵਕਤ ਹੈ ਉਹ ਸ਼ਬਦਾਂ 'ਚ ਬਿਆਨ ਨਹੀਂ ਹੋ ਸਕਦੀ। ਉਹ ਬੱਚਾ ਸਾਹਿਬ ਦੇ ਕੋਲ ਬੈਠਾ ਭੋਜਨ ਛਕ ਰਿਹਾ ਹੈ। ਨਿਜ ਪਤ ਸੋ ਸੁਨਾਏ ਤੈ ਕਾਲਾ। ਆਪਣੇ ਪਤੀ ਨੂੰ ਫਿਰ ਉਹਨੇ ਬਾਅਦ ਵਿੱਚ ਸਾਰੀ ਗੱਲ ਦੱਸੀ। ਹਿਰਦੇ ਸ਼ਰਦਾ ਬਦੀ ਵਿਸਾਲਾ। ਜਦੋਂ ਉਹਦੇ ਪਤੀ ਨੇ ਸੁਣਿਆ, ਸੁਣ ਕੇ ਉਹਦੇ ਮਨ 'ਚ ਗੁਰੂ ਸਾਹਿਬ ਪ੍ਰਤੀ ਅਥਾਹ ਸ਼ਰਧਾ ਵੱਧ ਗਈ। ਦੰਪਤ ਮਿਲ ਤਬ ਬੰਧਨ ਕੀਨੋ। ਦੋਨਾਂ ਨੇ ਮਿਲ ਕੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ, ਮੱਥਾ ਟੇਕਿਆ। ਮਹਾਪੁਰਖ ਪੂਰਨ ਮਨ ਚੀਨੋ। ਆਖਿਆ ਮਹਾਰਾਜ ਆਪ ਜੀ ਮਹਾਨ ਪੁਰਖ ਹੋ, ਪੂਰਨ ਪੁਰਖ ਹੋ, ਅਚੁੱਤ ਅਬਨਾਸੀ ਹੋ। ਅਗਲੇ ਦਿਵਸ ਅੰਨ ਘਰ ਨਾਹੀ। ਪਾਤਸ਼ਾਹ ਨੇ ਫਿਰ ਹਾਲੇ ਹੋਰ ਵੀ ਪਰਖਣਾ। ਇੱਕ ਦਿਨ ਹੋਰ ਠਹਿਰ ਗਏ ਸਤਿਗੁਰੂ। ਹੁਣ ਅਗਲੇ ਦਿਨ ਲਈ ਫਿਰ ਘਰ 'ਚ ਅੰਨ ਕੋਈ ਨਹੀਂ, ਭੋਜਨ ਕੋਈ ਨਹੀਂ। ਪਹਿਲੇ ਦਿਨ ਤਾਂ ਪੱਕ ਕੇ ਤਿਆਰ ਹੋ ਗਿਆ, ਰਾਤ ਨੂੰ ਵੀ ਬਣ ਗਿਆ ਭੋਜਨ। ਅਗਲੇ ਦਿਨ ਲਈ ਫਿਰ ਘਰ ਵਿੱਚ ਰਸਤ ਬਸਤ ਕੋਈ ਨਹੀਂ। ਵੀ ਚਿੰਤਾ ਅਤਸ਼ੈ ਮਨ ਮਾਈ। ਹੁਣ ਮਨ 'ਚ ਸਿੱਖ ਦੇ ਦੁਚਿੱਤੀ ਬਣ ਗਈ, ਸੋਚਦਾ ਮਨ 'ਚ ਕੀ ਕਰੀਏ। ਸੋ ਸਿਸ ਵੇਚਨ ਚਲੇ ਬਾਜ਼ਾਰੇ। ਆਖਿਆ ਇਹ ਬੱਚੇ ਨੂੰ ਵੇਚ ਕੇ ਇਹਦੇ ਬਦਲੇ ਕੁਝ ਮਿਲੇ ਤੇ ਉਹਦਾ ਭੋਜਨ ਛਕਾਈਏ। ਇਹ ਵੀ ਤਾਂ ਸਤਿਗੁਰਾਂ ਦਾ ਦਿੱਤਾ ਹੈ, ਜੇ ਸਤਿਗੁਰਾਂ ਦੇ ਲੇਖੇ ਲੱਗੇਗਾ ਹੋਰ ਕੀ ਚਾਹੀਦਾ। ਉਹਨਾਂ ਵੇਲਿਆਂ ਵਿੱਚ ਖਾਲਸਾ ਜੀ ਇਨਸਾਨ ਦੇ ਬੱਚੇ ਵਿਕਿਆ ਕਰਦੇ ਸਨ, ਮੰਡੀਆਂ ਲੱਗੀਆਂ ਕਰਦੀਆਂ ਸਨ, ਨੌਕਰਾਂ ਦੇ ਮੁੱਲ ਪਿਆ ਕਰਦੇ ਸਨ, ਨੌਕਰ ਬਾਜ਼ਾਰਾਂ 'ਚ ਵਿਕਿਆ ਕਰਦੇ ਸਨ। ਇਹੋ ਜਿਹਾ ਵਰਤਾਰਾ ਸੀ। ਸੋਚਿਆ ਵੀ ਬੱਚੇ ਨੂੰ ਵੇਚ ਆਉਨੇ ਆ, ਕਿਸੇ ਸ਼ਾਹੂਕਾਰ ਕੋਲੋਂ ਵੱਡਾ ਹੋ ਕੇ ਉੱਥੇ ਉਹਦੇ ਨੌਕਰੀ ਕਰੇਗਾ ਸਾਰੀ ਜ਼ਿੰਦਗੀ, ਤੇ ਆਪੇ ਉਹਦਾ ਕਰਜ਼ਾ ਲੈਂਦਾ ਰਹੇਗਾ। ਸਤਿਗੁਰਾਂ ਨੂੰ ਤਾਂ ਭੋਜਨ ਛਕਾਈਏ। ਇਹ ਦੋਨਾਂ ਜਣਿਆਂ ਨੇ ਆਪਣੇ ਮਨ 'ਚ ਵਿਚਾਰ ਕੀਤੀ। ਬੂਝਿਓ ਪ੍ਰਭ ਸੋ ਜਾਤ ਨਿਹਾਰੇ। ਜਦੋਂ ਇਹ ਜਾਣ ਲੱਗਾ ਨਾ ਤੇ ਸਤਿਗੁਰੂ ਜੀ ਨੇ ਵੇਖ ਲਿਆ। ਮਹਾਰਾਜ ਜੀ ਜਾਂਦੇ ਨੂੰ ਪੁੱਛਦੇ ਹਨ, ਕਹਾਂ ਚਲੇ ਬਾਰਿਕ ਸੰਗ ਲੀਨਾ। ਮਹਾਰਾਜ ਜੀ ਕਹਿੰਦੇ ਸਿੱਖਾ ਇਹ ਬੱਚੇ ਨੂੰ ਕਿੱਥੇ ਲੈ ਕੇ ਚੱਲਿਆ, ਇਹਨੂੰ ਕਿੱਥੇ ਨਾਲ ਲੈ ਕੇ ਜਾ ਰਿਹਾ ਹੈ। ਕੋ ਕਾਰਜ ਹੈ ਇਸ ਅਧੀਨਾ। ਜੇ ਤੈਨੂੰ ਕੋਈ ਕੰਮ ਹੈ ਤੇ ਤੂੰ ਕੱਲਾ ਜਾ, ਬੱਚੇ ਨੂੰ ਕਾਹਨੂੰ ਲੈ ਕੇ ਜਾਣਾ। ਇਹ ਬੱਚੇ ਦੇ ਅਧੀਨ ਕਿਹੜਾ ਕੰਮ ਹੈ ਜਿਹੜਾ ਇਹਦੇ ਜਾਏ ਬਿਨਾਂ ਨਹੀਂ ਪੂਰਾ ਹੋਣਾ। ਸਿੱਖ ਪੰਨਿਓ ਤੁਮ ਅੰਤਰ ਜਾਮੀ। ਸਿੱਖ ਕਹਿਣ ਲੱਗਾ ਮਹਾਰਾਜ ਦੱਸੀ ਦਾ ਉਹਨੂੰ ਹੈ ਜਿਹਨੂੰ ਪਤਾ ਨਾ ਹੋਵੇ। ਮਹਾਰਾਜ ਤੁਸੀਂ ਅੰਤਰਜਾਮੀ ਹੋ, ਤੁਸੀਂ ਜਾਣਦੇ ਹੋ ਮੈਂ ਕਿੱਥੇ ਲੈ ਕੇ ਚੱਲਿਆ। ਹਮਕੋ ਕਿਆ ਬੂਝਤੋ ਸੁਆਮੀ। ਮਹਾਰਾਜ ਸਾਨੂੰ ਕੀ ਪੁੱਛਦੇ ਹੋ, ਜਿੱਥੇ ਭੇਜ ਰਹੇ ਉੱਥੇ ਜਾ ਰਿਹਾ ਮਹਾਰਾਜ, ਤੇ ਜਿੱਥੇ ਜਾ ਰਿਹਾ ਉਹ ਵੀ ਤੁਹਾਨੂੰ ਪਤਾ ਹੈ। ਸੋ ਬਾਰਕ ਪ੍ਰਭ ਨਿਕਟ ਹਕਾਰਾ। ਮਹਾਰਾਜ ਜੀ ਨੇ ਉਸ ਬੱਚੇ ਨੂੰ ਆਪਣੇ ਕੋਲ ਸੱਦ ਲਿਆ। 2.5-3 ਸਾਲ ਦਾ ਉਹ ਬੱਚਾ ਹੋਵੇਗਾ, ਕੋਲ ਸੱਦ ਲਿਆ। ਬਾਹਾਂ ਪਕੜ ਕੇ ਬਚਨ ਉਚਾਰਾ। ਉਸ ਬੱਚੇ ਦੀ ਬਾਹ ਫੜੀ। ਮਹਾਰਾਜ ਜੀ ਬੈਠੇ, ਬੱਚੇ ਨੂੰ ਕੋਲ ਖੜਾ ਕਰ ਲਿਆ ਤੇ ਉਹਦੀ ਬਾਹ ਫੜ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਦੇ ਹਨ, ਮਾਤ ਪਿਤਾ ਲੈ ਅਬ ਤੁਝ ਜਾਈ। ਮਹਾਰਾਜ ਜੀ ਕਹਿੰਦੇ ਆ ਪੁੱਤਰ ਲਾਲਾ ਤੈਨੂੰ ਪਤਾ ਵੀ ਤੇਰੇ ਮਾਂ ਪਿਓ ਤੈਨੂੰ ਕਿੱਥੇ ਲੈ ਕੇ ਚੱਲੇ ਆ, ਤੂੰ ਇਹ ਜਾਣਦਾ? ਹਾਂਜੀ। ਵੇਚेंगे ਬਾਜ਼ਾਰ ਕੇ ਮਾਈ। ਉਹ ਕਹਿੰਦਾ ਮਹਾਰਾਜ ਜੀ ਇਹ ਜਾਣਨ। ਮਹਾਰਾਜ ਜੀ ਕਹਿੰਦੇ ਤੈਨੂੰ ਵੇਚਣ ਚੱਲੇ ਨੇ।
ਇਹ ਬਾਜ਼ਾਰ ਵਿੱਚ ਕਿਸੇ ਸ਼ਾਹੂਕਾਰ ਕੋਲ ਤੈਨੂੰ ਵੇਚਣਗੇ। ਨਿਜ ਖਾਵੰਦ ਕੀ ਸੇਵਾ ਕਰੇ। ਤੇ ਜਿੱਥੇ ਤੈਨੂੰ ਵੇਚਣਗੇ ਨਾ ਉੱਥੇ ਤੂੰ ਫਿਰ ਆਪਣੇ ਮਾਲਕ ਦੀ ਸੇਵਾ ਕਰੇਗਾ। ਚੱਕੀ ਪੀਸੇ ਪਾਣੀ ਭਰ ਹੈ। ਉਹਦੀ ਚੱਕੀ ਵੀ ਪੀਸਣੀ ਪਵੇਗੀ, ਉਹਦਾ ਪਾਣੀ ਵੀ ਤੈਨੂੰ ਭਰਨਾ ਪਵੇਗਾ। ਬਿੰਜਨ ਫੇਰੇ ਕਰ ਪੱਗ ਚਾਂਪੀ। ਉਹਨੂੰ ਪੱਖਾ ਚੱਲਣਾ ਪਵੇਗਾ, ਫਿਰ ਉਹ ਜਦੋਂ ਲੇਟੇਗਾ ਉਹਦੇ ਪੈਰ ਵੀ ਘੁੱਟਣੇ ਪੈਣਗੇ ਤੈਨੂੰ। ਆਇਸ ਮੋਰੇ ਨਹੀਂ ਕਦਾਪੀ। ਤੂੰ ਉਹਦੀ ਕਦੇ ਵੀ ਆਗਿਆ ਨਹੀਂ ਮੋੜੇਗਾ ਜਿੱਥੇ ਤੈਨੂੰ ਇਹ ਵੇਚਣਗੇ। ਹੱਥ ਬੰਦ ਸਿਸ ਗਿਰਾ ਉਚਾਰੀ। ਬੱਚੇ ਨੂੰ ਵੀ ਸੋਝੀ ਹੋ ਆਈ ਸੀ, 3 ਸਾਲ ਦੇ ਬਾਲਕ ਨੂੰ। ਮਹਾਰਾਜ ਜੀ ਨੂੰ ਹੱਥ ਜੋੜ ਕੇ ਕਹਿਣ ਲੱਗਾ, ਰਹੋ ਖਸਮ ਆਇਸ ਅਨੁਸਾਰੀ। ਮਹਾਰਾਜ ਜਦੋਂ ਵੇਚ ਹੀ ਦਿੱਤਾ ਖਸਮ ਕੋਲ, ਫਿਰ ਉਸ ਖਸਮ ਦੀ ਆਗਿਆ 'ਚ ਹੀ ਰਹਿਣਾ ਮੇਰਾ ਧਰਮ ਹੈ। ਮਹਾਰਾਜ ਉਹਦੀ ਆਗਿਆ 'ਚ ਹੀ ਰਹਾਂਗਾ। ਜਦੋਂ ਉਹਦੇ ਕੋਲ ਵੇਚ ਹੀ ਆਵਣਗੇ, ਫਿਰ ਮਹਾਰਾਜ ਵਿਕਿਆ ਹੋਇਆ ਤਾਂ ਫਿਰ ਉਸੇ ਦਾ ਹੀ ਆਣਾ। ਜੋ ਆਗਿਆ ਕਰੇਗਾ ਉਹਦੀ ਆਗਿਆ ਦੇ ਅਨੁਸਾਰ ਚੱਲਾਂਗਾ। ਤੈ ਚਿਨ ਸੁਨ ਕੇ ਕਿਰਪਾ ਨਿਧਾਨਾ। ਜਦੋਂ ਇਸ ਬੱਚੇ ਲਾਲੇ ਨੇ ਵਚਨ ਕਹੇ ਨਾ, ਕਿਰਪਾ ਨਿਧਾਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਸੁਣੇ। ਸ਼੍ਰੀ ਮੁਖ ਤੇਕ ਸ਼ਬਦ ਬਖਾਨਾ। ਪਾਤਸ਼ਾਹ ਨੇ ਉਸ ਵਕਤ ਇੱਕ ਪਾਵਨ ਸ਼ਬਦ ਆਪਣੇ ਮੁਖਾਰ ਬਿੰਦ ਚੋਂ ਉਚਾਰਨ ਕੀਤਾ। ਸੁਣੋ ਜੀ। ਮਾਰੂ ਮਹੱਲਾ ਪਹਿਲਾ। ਮੁੱਲ ਖਰੀਦੀ ਲਾਲਾ ਗੋਲਾ। ਮੇਰਾ ਨਾਉ ਸੁਭਾਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ਼ਬਦ ਲਾਲੇ ਪ੍ਰਤੀ ਉਚਾਰਨ ਹੋ ਰਿਹਾ, ਪਰ ਦਸ਼ਾ ਆਪਣੇ ਅੰਦਰ ਦੀ ਬਿਆਨ ਹੋ ਰਹੀ ਹੈ। ਦਾਸਾ ਭਾਵ ਧਾਰਨ ਕਰਕੇ ਪਰਮੇਸ਼ਰ ਦੇ ਚਰਨਾਂ ਵਿੱਚ ਆਪਣਾ ਆਪ ਸਮਰਪਣ ਕਰਕੇ ਉਹਦੀ ਬੰਦਗੀ ਕਰਨ ਦਾ ਹੁਕਮ ਹੋ ਰਿਹਾ ਗੁਰੂ ਨਾਨਕ ਸਾਹਿਬ ਦਾ ਸਾਨੂੰ ਸਾਰਿਆਂ ਨੂੰ। ਦਾਸਾ ਭਾਵ ਉਹ ਪਰਮੇਸ਼ਰ ਸਾਡਾ ਮਾਲਕ ਹੈ, ਅਸੀਂ ਉਹਦੇ ਦਰ ਦੇ ਖਰੀਦੇ ਹੋਏ, ਮੁੱਲ ਖਰੀਦੇ ਹੋਏ ਲਾਲੇ ਗੋਲੇ ਆ। ਉਹਨੇ ਸਾਨੂੰ ਮੁੱਲ ਖਰੀਦਿਆ। ਮਾਰੂ ਰਾਗ ਵਿੱਚ ਗੁਰੂ ਨਾਨਕ ਸਾਹਿਬ ਸ਼ਬਦ ਉਚਾਰਦੇ ਨੇ, ਮੁੱਲ ਖਰੀਦੀ ਲਾਲਾ ਗੋਲਾ। ਹੇ ਪ੍ਰਭੂ, ਤੇਰੇ ਦਰ ਦਾ ਇਹ ਪਿਆਰਾ ਗੋਲਾ, ਲਾਲਾ ਦਾ ਅਰਥ ਕਰਾਂਗੇ ਪਿਆਰਾ। ਉਹ ਬੱਚੇ ਦਾ ਨਾਮ ਵੀ ਲਾਲਾ ਹੈ। ਸੰਬੋਧਨ ਭਾਵੇਂ ਉਹਨੂੰ ਹੋ ਰਿਹਾ, ਪਰ ਉਪਦੇਸ਼ ਸਾਡੇ ਸਾਰਿਆਂ ਵਾਸਤੇ ਹੈ। ਹੇ ਗੋਲਾ ਕਹਿੰਦੇ ਨੇ ਗੁਲਾਮ ਨੂੰ, ਨੌਕਰ ਨੂੰ। ਹੇ ਪ੍ਰਭੂ, ਮੈਂ ਤੇਰਾ ਮੁੱਲ ਖਰੀਦਿਆ, ਤੇਰਾ ਪਿਆਰਾ ਨੌਕਰ ਆ, ਪਿਆਰਾ ਗੋਲਾ। ਮੇਰਾ ਨਾਮ ਸੁਭਾਗਾ। ਮਹਾਰਾਜ ਮੇਰਾ ਨਾਂ ਭਾਗਾਂ ਵਾਲਾ ਹੈ। ਸੁਭਾਗਾ, ਮੇਰਾ ਨਾਂ ਭਾਗਾਂ ਵਾਲਾ। ਮੈਂ ਭਾਗਾਂ ਦੇ ਸਹਿਤ ਹਾਂ। ਕਿਉਂ ਭਾਗਾਂ ਵਾਲਾ? ਕਿਉਂਕਿ ਮੈਂ ਤੇਰੇ ਦਰ ਦਾ ਗੋਲਾ ਹਾਂ। ਤਾਂ ਭਾਗਾਂ ਵਾਲਾ ਵੀ ਮੈਂ ਤੇਰਾ ਨੌਕਰ ਹਾਂ, ਮੈਂ ਤੇਰੇ ਦਰ ਦਾ ਦਾਸ ਹਾਂ। ਹੇ ਮੇਰੇ ਸੁਆਮੀ, ਤੂੰ ਮੇਰਾ ਮਾਲਕ ਹੈ। ਕਹੋ ਕਬੀਰ, ਗੁਲਾਮ ਘਰ ਕਾ ਜਿਆਏ ਭਾਵੈ ਮਾਰ। ਮਹਾਰਾਜ ਜੀ, ਮੈਂ ਤੁਹਾਡੇ ਦਰ ਘਰ ਦਾ ਮੁੱਲ ਖਰੀਦਿਆ ਹੋਇਆ ਗੁਲਾਮ ਹਾਂ। ਪੰਜਵੇਂ ਗੁਰਦੇਵ ਕਹਿੰਦੇ, ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਘਰ ਕੇ ਗੋਲੇ। ਮਹਾਰਾਜ ਜੀ, ਤੁਹਾਡੇ ਦਰ ਘਰ ਦਾ ਗੁਲਾਮ ਹਾਂ। ਤੂੰ ਮੇਰਾ ਠਾਕੁਰ ਸੁਆਮੀ ਆ, ਮੈਂ ਤੇਰੇ ਦਰ ਘਰ ਦਾ ਤੇਰਾ ਪਿਆਰਾ ਜਿਹਾ ਨੌਕਰ ਹਾਂ। ਨੌਕਰ ਹੁੰਦੇ ਆ ਨਾ ਘਰਾਂ 'ਚ, ਕੁਝ ਨੌਕਰ ਹੁੰਦੇ ਜਿਨ੍ਹਾਂ ਤੇ ਯਕੀਨ ਹੋ ਜਾਂਦਾ, ਉਹ ਪਿਆਰੇ ਹੋ ਜਾਂਦੇ ਆ। ਉਹਨਾਂ ਦੇ ਸਿਰ ਉੱਤੇ ਭਾਈ ਆਹ ਲੈ ਚਾਬੀ ਵੀ ਤੂੰ ਸਾਂਭ, ਤੂੰ ਘਰ ਦੀ ਸੰਭਾਲ ਕਰ। ਮਹਾਰਾਜ, ਮੈਂ ਤੇਰੇ ਦਰ ਘਰ ਦਾ ਤੇਰਾ ਪਿਆਰਾ ਜਿਹਾ ਨੌਕਰ ਹਾਂ, ਤੇ ਮੇਰਾ ਨਾਂ ਭਾਗਾਂ ਵਾਲਾ। ਸੁਭਾਗਾ, ਭਾਗਾਂ ਵਾਲਾ। ਆਮ ਕਰਕੇ ਲੋਕ ਕਹਿੰਦੇ ਵਿਚਾਰਾ ਨੌਕਰ, ਇਹ ਵਿਚਾਰਾ ਫਲਾਣੇ ਦਾ ਨੌਕਰ। ਉਸ ਨੌਕਰ ਪ੍ਰਤੀ ਵਿਚਾਰਾ ਭਾਵ ਲੋਕਾਂ ਦੇ ਅੰਦਰ ਕਰੁਣਾ ਹੁੰਦੀ ਹੈ ਵੀ ਇਹ ਫਲਾਣੇ ਦਾ ਵਿਚਾਰਾ ਨੌਕਰ ਹੈ। ਪਰ ਮਹਾਰਾਜ ਜੀ ਇੱਥੇ ਕਹਿੰਦੇ, ਮੈਂ ਵਿਚਾਰਾ ਨੌਕਰ ਨਹੀਂ, ਮੈਂ ਭਾਗਾਂ ਵਾਲਾ। ਮੇਰਾ ਨਾਂ ਸੁਭਾਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰਾ ਨਾਂ ਸੁਭਾਗਾ, ਮੈਂ ਭਾਗਾਂ ਵਾਲਾ ਗੋਲਾ ਆ, ਤੇਰਾ ਨੌਕਰ। ਕੈਨੇਡਾ ਦਾ ਬਚਨ ਹੈ,
ਉੱਥੇ ਰਾਗੀ ਸਿੰਘ ਟੁਰੇ ਜਾਣ ਤੇ ਮੈਂ ਵੀ ਲਾਗੇ ਸੀ। ਕੁਝ ਸੱਜਣ ਉੱਥੋਂ ਕੋਲੋਂ ਲੰਘੇ ਬਜ਼ੁਰਗ ਸਨ, ਉਹ ਵੇਖ ਕੇ ਕਹਿਣ ਲੱਗੇ ਵੀ ਵਿਚਾਰੇ ਇੱਥੇ ਆਏ ਆ। ਰਾਗੀ ਸਿੰਘ ਸੱਚਖੰਡ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਹਜ਼ੂਰੀ ਰਾਗੀ ਸਨ। ਕਹਿੰਦੇ ਇਹ ਵੀ ਵਿਚਾਰੇ ਇੱਥੇ ਆਏ ਆ। ਤੇ ਮੈਂ ਤਾਂ ਸਹਿਜੇ ਸੁਭਾਵਕ ਟੁਰਿਆ ਜਾਵਾਂ ਨਾਲ, ਤੇ ਉਹ ਰਾਗੀ ਸਿੰਘ ਨੂੰ ਬੜਾ ਇਸ ਗੱਲ ਦਾ ਰੰਜ ਆਇਆ। ਨਿਤਨੇਮੀ ਰਾਗੀ ਸਿੰਘ ਸੀ, ਬਾਣੀ ਪੜ੍ਹਨ ਵਾਲੇ। ਉਹ ਕਹਿਣ ਲੱਗਾ ਉਹਨਾਂ ਨੂੰ, ਬਜ਼ੁਰਗੋ ਵਿਚਾਰੇ ਤੁਸੀਂ ਹੋ ਸਕਦੇ ਹੋ, ਅਸੀਂ ਤਾਂ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਕੀਰਤਨੀਆਂ, ਸਾਡੇ ਵਰਗਾ ਤਾਂ ਭਾਗਾਂ ਵਾਲਾ ਹੀ ਨਹੀਂ ਕੋਈ ਹੋਣਾ ਸੰਸਾਰ 'ਚ, ਜਿਨ੍ਹਾਂ ਦੇ ਦਰਬਾਰ ਦੀ ਹਜ਼ੂਰੀ 'ਚ ਬਹਿ ਕੇ ਕੀਰਤਨ ਕਰੀਦਾ। ਉਹ ਆਪ ਆਪਣਾ ਸਿਰ ਤੇ ਮੇਰਾ ਭਰਿਆ ਹੱਥ ਰੱਖਦੇ ਆ, ਸਾਡੇ ਵਰਗਾ ਕੌਣ। ਖਾਲਸਾ ਜੀ ਇੱਥੇ ਮਹਾਰਾਜ ਜੀ ਉਹੀ ਬਚਨ ਕਹਿ ਰਹੇ ਨੇ, ਮੇਰਾ ਨਾਮ ਸੁਭਾਗਾ, ਮੈਂ ਵਿਚਾਰਾ ਨੌਕਰ ਨਹੀਂ ਹਾਂ, ਪਿਆਰਾ ਗੁਲਾਮ ਹਾਂ ਗੁਰੂ ਨਾਨਕ ਸਾਹਿਬ ਦੇ ਘਰ ਦਾ, ਤੇ ਮੇਰਾ ਨਾਂ ਭਾਗਾਂ ਵਾਲਾ ਹੈ, ਮੈਂ ਸੁਭਾਗਾ ਹਾਂ। ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਗੁਰ ਕੀ ਬਚਨੀ, ਗੁਰੂ ਦੇ ਬਚਨਾਂ ਦੁਆਰਾ ਮੈਂ ਆਪਣੇ ਮਾਲਕ ਦੀ ਹੱਟ ਦੇ ਉੱਤੇ ਵਿਕ ਗਿਆ। ਗੁਰੂ ਦੇ ਬਚਨਾਂ ਦੁਆਰਾ ਵਿਕ ਗਿਆ ਹਾਂ। ਮੇਰੇ ਗੁਰੂ ਨੇ ਮੇਰੇ ਪ੍ਰਭੂ ਦੇ ਚਰਨਾਂ 'ਚ ਮੈਨੂੰ ਵੇਚ ਦਿੱਤਾ, ਵਿਕ ਗਿਆ ਹਾਂ ਗੁਰੂ ਦੇ ਚਰਨਾਂ 'ਚ। ਹੁਣ ਮੇਰਾ ਮਾਲਕ ਜਿੱਧਰ ਮੈਨੂੰ ਲਾਵੇ ਮੈਂ ਤਿੱਧਰ ਲੱਗਾ। ਨੌਕਰ ਦਾ ਕੋਈ ਕੰਮ ਨਹੀਂ ਆਪਣੀ ਮਰਜ਼ੀ ਕਰੇ, ਨੌਕਰ ਨੂੰ ਉਹਦੇ ਮਾਲਕ ਨੇ ਜਿਉਂ ਕਹਿਣਾ ਤਿਵੇਂ ਕਰਨਾ। ਇਹ ਨੌਕਰ ਦੇ ਜੀਵਨ ਦਾ ਕਰਤੱਵ ਹੁੰਦਾ। ਹੁਣ ਮੇਰਾ ਮਾਲਕ, ਮੇਰਾ ਸੁਆਮੀ ਜਿੱਥੇ ਮੈਨੂੰ ਲਾਵੇ ਮੈਂ ਤਿੱਥੇ ਲੱਗਾ। ਖਾਲਸਾ ਜੀ, ਗੁਰੂ ਨਾਨਕ ਸਾਹਿਬ ਦੀ ਬਾਣੀ ਕਿਤਨੀ ਪਿਆਰੀ ਤੇ ਮਿੱਠੀ ਬਾਣੀ ਹੈ। ਪਾਤਸ਼ਾਹ ਦਾ ਹੁਕਮ ਹੈ, ਇਹਨੂੰ ਪੜ੍ਹੋ, ਇਹਨੂੰ ਗਾਵੋ। ਇਹ ਗੁਰੂ ਨਾਨਕ ਸਾਹਿਬ ਦਾ ਪਾਕ ਪਵਿੱਤਰ ਹਿਰਦਾ ਹੈ। ਜਦੋਂ ਸਪਰਸ਼ ਕਰੋਗੇ ਹਿਰਦੇ 'ਚ ਆਨੰਦ ਤੇ ਖੇੜਾ ਪ੍ਰਾਪਤ ਹੋਵੇਗਾ। ਪਰ ਅਸੀਂ ਕਦੇ ਸਪਰਸ਼ ਕਰਨ ਦਾ ਯਤਨ ਹੀ ਨਹੀਂ ਕੀਤਾ। ਮਹਾਰਾਜ ਜੀ ਕਿਤਨੇ ਪਿਆਰੇ ਬਚਨ ਕਹਿ ਰਹੇ ਹਨ। ਗੁਰਦੇਵ ਕਹਿੰਦੇ, ਹੇ ਪ੍ਰਭੂ ਹੁਣ ਜਿੱਥੇ ਲਾਵੋਗੇ ਉੱਥੇ ਲੱਗਾਂਗਾ। ਤੇਰੇ ਲਾਲੇ ਕਿਆ ਚਤਰਾਈ। ਮਹਾਰਾਜ ਮੇਰਾ, ਤੇਰੇ ਲਾਲੇ ਨੂੰ ਆਪਣੇ ਆਪ ਨੂੰ ਲਾਲਾ ਕਹਿੰਦੇ ਆ। ਤੇਰੇ ਲਾਲੇ ਨੂੰ ਕਾਹਦੀ ਚਤਰਾਈ, ਇੱਥੇ ਕਾਹਦੀ ਚਲਾਕੀ। ਮਹਾਰਾਜ ਮੈਨੂੰ ਕੀ ਚਤਰਾਈ ਆਉਂਦੀ, ਕੀ ਚਲਾਕੀ ਆਉਂਦੀ। ਮਾਲਕ ਦੇ ਸਾਹਮਣੇ ਮੇਰੀ ਕੀ ਦਸ਼ਾ ਹੈ, ਮੇਰੀ ਕਾਹਦੀ ਚਤਰਾਈ, ਮੇਰੀ ਕਾਹਦੀ ਸਿਆਣਪ। ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਸਭ ਕੁਝ ਮੇਰੇ ਸਾਹਿਬ ਦਾ ਹੁਕਮ ਹੈ, ਜੋ ਵਰਤਾਵੇ ਉਹਦਾ ਹੁਕਮ। ਮੇਰਾ ਕਰਤੱਵ ਨਹੀਂ ਕਿ ਮੈਂ ਉਸ ਮਾਲਕ ਨੂੰ ਕਹਾਂ ਕਿ ਇੰਜ ਨਹੀਂ ਇੰਜ ਕਰ। ਮੈਂ ਨਹੀਂ ਉਹਨੂੰ ਹੁਕਮ ਕਰ ਸਕਦਾ। ਹੁਕਮ ਮੇਰੇ ਸਾਹਿਬ ਦਾ ਹੈ, ਮੇਰੇ ਮਾਲਕ ਦਾ ਹੈ। ਮੇਰਾ ਕਰਤੱਵ ਨਹੀਂ ਕਿ ਮੈਂ ਉਸ ਨੂੰ ਕਹਾਂ ਕਿ ਇਹ ਮਾਲਕ ਇੰਜ ਨਹੀਂ ਇੰਜ ਕਰ। ਰਹਾਉ ਮਾਂ ਲਾਲੀ ਪਿਓ ਲਾਲਾ ਮੇਰਾ। ਜਿਹੜੀ ਸ੍ਰੇਸ਼ਟ ਬੁੱਧੀ ਹੈ ਨਾ, ਸਦ ਬੁੱਧੀ ਜਿਹਨੂੰ ਕਹਿੰਦੇ ਆਪਾਂ, ਸਮਤ, ਕਹਿੰਦੇ ਉਹ ਹੈ ਮੇਰੀ ਮਾਂ ਲਾਲੀ। ਪਿਆਰੀ ਮਾਂ ਹੈ ਮੇਰੀ, ਸ੍ਰੇਸ਼ਟ ਬੁੱਧੀ। ਮਾਂ ਲਾਲੀ ਪਿਓ ਲਾਲਾ ਮੇਰਾ, ਤੇ ਪਿਓ ਹੈ ਮੇਰਾ ਸੰਤੋਖ, ਪਿਆਰਾ ਸੰਤੋਖ, ਜਿਹਨੂੰ ਸਬਰ ਕਹੀਦਾ। ਸਬਰ ਨੌਕਰ ਵਿੱਚ ਸਭ ਤੋਂ ਵੱਡੀ ਗੱਲ ਹੈ ਸਬਰ ਦੀ। ਸਬਰ ਹੋਵੇਗਾ ਤਦੇ ਨੌਕਰੀ ਕਰ ਸਕਦਾ ਆਪਣੇ ਮਾਲਕ ਦੇ ਦਰ ਤੇ। ਸਬਰ ਨਹੀਂ ਤੇ ਹਰਲ ਹਰਲ ਕਰਦਾ ਫਿਰੇਗਾ। ਕਹਿੰਦੇ ਮੇਰੇ ਕੋਲ ਮੇਰੇ ਸਾਹਿਬ ਨੇ, ਜਿਹੜੀ ਮੇਰੀ ਮਾਂ ਹੈ ਉਹ ਹੈ ਮੇਰੀ ਬੁੱਧੀ, ਸਦ ਬੁੱਧੀ, ਉਹ ਹੈ ਮੇਰੀ ਮਾਂ ਲਾਲੀ। ਤੇ ਜਿਹੜਾ ਸੰਤੋਖ ਹੈ ਉਹ ਹੈ ਮੇਰਾ ਪਿਓ ਲਾਲਾ। ਓ ਲਾਲੇ ਕਾ ਜਾਇਆ, ਮੈਂ ਉਹਦਾ ਜਾਇਆ, ਉਹਦਾ ਜਣਿਆ ਹੋਇਆ, ਉਹਦਾ ਪੈਦਾ ਕੀਤਾ ਹੋਇਆ। ਲਾਲੀ ਨਾਚੇ ਲਾਲਾ ਗਾਵੇ। ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਰੰਗੀ ਹੋਈ ਮੇਰੀ ਬੁੱਧੀ ਰੂਪੀ ਲਾਲੀ ਮਾਂ ਉਹ ਨੱਚਦੀ ਹੈ, ਭਾਵ ਉਹਦੀ ਭਗਤੀ ਵਿੱਚ। ਨਾ ਚਾਹੇ ਉਹਨੂੰ ਹੋਰ ਕੁਝ ਚਾਹੀਦਾ ਹੀ ਨਹੀਂ, ਨਾ ਚਾਹੇ ਹੋਰ ਕੁਝ ਚਾਹੀਦਾ ਹੀ ਨਹੀਂ, ਉਹਦੀ ਭਗਤੀ ਦੇ ਰੰਗ ਵਿੱਚ ਹੀ ਨੱਚਦੀ ਹੈ। ਔਰ ਸਬਰ ਤੇ ਸੰਤੋਖ ਰੂਪੀ ਲਾਲਾ ਗਾਉਂਦਾ ਹੈ। ਭਗਤ ਕਰੋ ਤੇਰੀ ਰਾਇਆ। ਇਹ ਮੇਰੇ ਰਾਜਾ ਸਵਰੂਪ ਵਾਹਿਗੁਰੂ,
ਮੈਂ ਤੇਰੀ ਭਗਤੀ ਕਰਾਂ, ਮੇਰੇ ਤੇ ਇਹ ਤਰਸ ਕਰ। ਭਗਤ ਕਰੋ ਤੇਰੀ ਰਾਇਆ, ਮਹਾਰਾਜ ਤੇਰੀ ਭਗਤੀ ਕਰਾਂ, ਤੇਰੀ ਭਗਤੀ ਵਿੱਚ ਹੀ ਲੱਗਾ ਰਹਾ, ਮੇਰੇ ਤੇ ਇਹ ਤਰਸ ਕਰ। ਪੀਏ ਤਾਂ ਪਾਣੀ ਆਣੀ ਮੀਰਾ, ਖਾਏ ਤਾਂ ਪੀਸਣ ਜਾਓ। ਕਹਿੰਦੇ ਜਦੋਂ ਆਪਣੇ ਮਾਲਕ ਦੇ ਦਰ ਤੇ ਖੜਾ ਹੋਵਾਂ, ਵੇਖੀ ਜਾਵਾਂ ਉਹਦੇ ਵੱਲ, ਅਚਾਨਕ ਮੇਰੇ ਮਾਲਕ ਨੂੰ, ਮੇਰੇ ਸਵਾਮੀ ਨੂੰ ਪਿਆਸ ਲੱਗੇ ਤੇ ਮੈਨੂੰ ਇਉਂ ਪ੍ਰਤੀਤ ਹੋਵੇ ਵੀ ਮੇਰਾ ਮਾਲਕ ਹੁਣ ਪਾਣੀ ਪੀਵਣਾ ਚਾਹੁੰਦਾ ਹੈ, ਤੇ ਕਹਿੰਦੇ ਮੈਂ ਭੱਜ ਕੇ ਜਾਵਾਂ ਤੇ ਉਹਦੇ ਲਈ ਪਾਣੀ ਲੈ ਕੇ ਆਵਾਂ। ਪੀਆ ਤਾਂ ਪਾਣੀ ਆਣੀ ਮੀਰਾ, ਮੀਰਾ ਕਹਿੰਦੇ ਮਾਲਕ ਨੂੰ, ਸਵਾਮੀ ਨੂੰ, ਪਾਤਸ਼ਾਹ ਨੂੰ, ਮੇਰੇ ਸਵਾਮੀ ਨੇ ਜੇ ਪਾਣੀ ਪੀਵਣਾ ਹੋਵੇ ਤਾਂ ਮੈਂ ਉਹਦੇ ਲਈ ਪਾਣੀ ਲਿਆਵਾਂ। ਤੇ ਮੀਰਾ ਅੱਗੇ ਵੀ ਲੱਗੇਗਾ, ਖਾਹੇ ਤਾਂ ਪੀਸਣ ਜਾਉ। ਜੇ ਮੇਰੇ ਮੀਰਾ ਮਾਲਕ ਨੇ ਪ੍ਰਸ਼ਾਦਾ ਛਕਣਾ ਹੋਵੇ ਤੇ ਭੱਜ ਕੇ ਜਾਵਾਂ, ਚੱਕੀ ਪੀਣ ਬਹਿ ਜਾ ਵੀ ਮੇਰੇ ਸਵਾਮੀ ਨੇ ਭੋਜਨ ਛਕਣਾ ਹੈ, ਪ੍ਰਸ਼ਾਦਾ ਛਕਣਾ। ਇਹ ਹੈ ਲਾਲੇ ਦਾ ਕੰਮ, ਇਹ ਹੈ ਗੋਲੇ ਦਾ ਕੰਮ। ਜੇ ਪਾਣੀ ਪੀਵਣਾ ਹੋਵੇ ਤੇ ਭੱਜ ਕੇ ਜਾਵਾਂ, ਪਾਣੀ ਲੈ ਆਵਾਂ, ਤੇ ਜੇ ਖਾਣਾ ਖਾਵਣਾ ਹੋਵੇ ਤੇ ਜਾਵਾਂ ਪੀਸਣ, ਪੀਸ ਕਮਾਵਾਂ। ਪੱਖਾ ਫੇਰੀ ਪੈਰ ਮਲੋਵਾਂ, ਜਪਤ ਰਹਾ ਤੇਰਾ ਨਾਮ। ਮਹਾਰਾਜ ਜੀ ਤੁਹਾਡੇ ਦਰ ਤੇ, ਤੁਹਾਡੇ ਚਰਨਾਂ 'ਚ ਖਲੋਤਾ ਤੁਹਾਨੂੰ ਪੱਖਾ ਝੱਲਾਂ। ਪੱਖਾ ਫੇਰੀ ਪੈਰ ਮਲੋਵਾ, ਚਰਨ ਮਲਾਂ ਚਸਾਂ, ਜਪਤ ਰਹਾ ਤੇਰਾ ਨਾਉ। ਔਰ ਤੇਰਾ ਨਾਮ ਅੱਠੇ ਪੈਰ ਹੀ ਜਪਦਾ ਰਹਾ, ਨਾਲੇ ਪੱਖਾ ਝੱਲਾਂ, ਨਾਲੇ ਤੇਰੇ ਚਰਨ ਮਲਾਂ, ਚਰਨ ਝਸਾਂ, ਤੇ ਰਸਨਾ ਤੋਂ ਜਪਦਾ ਰਹਾ ਤੇਰਾ ਅੰਮ੍ਰਿਤ ਨਾਮ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਪੱਖਾ ਫੇਰੀ ਪੈਰ ਮਲੋਵਾ, ਪੱਖਾ ਫੇਰੀ ਪੈਰ ਮਲੋਵਾ, ਪੱਖਾ ਫੇਰੀ ਪੈਰ ਮਲੋਵਾ, ਪੱਖਾ ਫੇਰੀ ਪੈਰ ਮਲੋਵਾ। ਜਪਤ ਰਹਾ ਤੇਰਾ ਨਾਮ, ਜਪਤ ਰਹਾ ਤੇਰਾ ਨਾਮ, ਜਪਤ ਰਹਾ ਤੇਰਾ ਨਾਮ, ਜਪਤ ਰਹਾ ਤੇਰਾ ਨਾਮ। ਮੁੱਲ ਖਰੀਦੇ ਲਾਲਾ ਗੋਲਾ, ਮੁੱਲ ਖਰੀਦੇ ਲਾਲਾ ਗੋਲਾ, ਮੁੱਲ ਖਰੀਦੀ ਲਾਲਾ ਗੋਲਾ, ਮੁੱਲ ਖਰੀਦੀ ਲਾਲਾ ਗੋਲਾ। ਮੇਰਾ ਨਾਉ ਸੁਭਾਗਾ, ਮੇਰਾ ਨਾਉ ਸੁਭਾਗਾ, ਮੇਰਾ ਨਾਉ ਸੁਭਾਗਾ, ਮੇਰਾ ਨਾਉ ਸੁਭਾਗਾ। ਮਹਾਰਾਜ ਗਰੀਬ ਨਵਾਜ ਸਾਹਿਬ ਜੀ ਆਪ ਜੀ ਦਾ ਪਾਵਨ ਪਵਿੱਤਰ ਅੰਮ੍ਰਿਤ ਨਾਮ ਜਪਦਾ ਰਹਾ। ਲੂਣ ਹਰਾਮੀ ਨਾਨਕ ਲਾਲਾ, ਬਖਸ਼ੇ ਤੁਧ ਵਡਿਆਈ। ਏ ਪ੍ਰਭੂ ਮੈਂ ਤੇਰਾ ਲੂਣ ਖਾਂਦਾ, ਤੂੰ ਮੈਨੂੰ ਬਹੁਤ ਕੁਝ ਦੇ ਕੇ ਨਵਾਜਿਆ, ਤੇਰੇ ਨੌਕਰ ਨੂੰ ਤੂੰ ਕੋਈ ਕਮੀ ਨਹੀਂ ਰਹਿਣ ਦਿੱਤੀ। ਪਰ ਹੇ ਪ੍ਰਭੂ ਮੈਂ ਤੇਰਾ ਲਾਲਾ ਲੂਣ ਹਰਾਮੀ ਹਾਂ, ਗੁਨਹਗਾਰ ਹਾਂ ਤੇਰਾ। ਮੈਂ ਤੇਰਾ ਲੂਣ ਖਾ ਕੇ ਵੀ ਹਰਾਮ ਕਰਨ ਵਾਲਾ ਹਾਂ। ਪਰ ਹੇ ਮੇਰੇ ਪ੍ਰਭੂ ਤੂੰ ਬੜਾ ਵੱਡਾ ਬਖਸ਼ੰਦ ਹੈ, ਜੇ ਤੂੰ ਬਖਸ਼ ਲਵੇਂ ਤੇ ਇਹ ਵੀ ਤੇਰੀ ਵਡਿਆਈ ਹੈ। ਮੇਰੇ 'ਚ ਨਹੀਂ ਕੋਈ ਕਮੀ, ਮੇਰੇ 'ਚ ਨਹੀਂ ਕੋਈ ਖੂਬੀ, ਮੈਂ ਤਾਂ ਕਮੀਆਂ ਦਾ ਭਰਿਆ ਹੋਇਆ ਹਾਂ, ਉਣਤਾਈਆਂ ਨਾਲ ਭਰਿਆ ਹੋਇਆ, ਕੋਈ ਗੁਣ ਨਹੀਂ ਮੇਰੇ ਪਾਸ। हे ਪ੍ਰਭੂ ਜੇ ਤੂੰ ਬਖਸ਼ ਲਵੇਂ ਤਾਂ ਵੀ ਤੇਰੀ ਵਡਿਆਈ ਹੈ। ਆਦ ਜੁਗਾਦ ਦਇਆ ਪਤ ਦਾਤਾ, ਤੁਧ ਵਿਣ ਮੁਕਤ ਨਾ ਪਾਈ। ਆਦ ਮੁੱਢ ਤੋਂ ਜੁਗਾਦ ਜੁਗਾਂ ਜੁਗਾਂ ਤੋਂ हे ਪ੍ਰਭੂ ਤੂੰ ਦਇਆ ਦਾ ਪਤੀ ਮਾਲਕ ਹੈ, ਦਾਤਾਂ ਦੇਣ ਵਾਲਾ ਦਾਤਾਰ ਹੈ। ਤੇਰੇ ਤੋਂ ਬਿਨਾਂ ਕਿਸੇ ਨੇ ਵੀ ਮੁਕਤੀ ਨਹੀਂ ਪ੍ਰਾਪਤ ਕੀਤੀ।
ਤੁਧ ਬਿਨ ਮੁਕਤ ਨਾ ਪਾਈ। ਜਦੋਂ ਤੱਕ ਤੇਰੇ 'ਚ ਕਿਸੇ ਦਾ ਚਿੰਤਨ ਕਰਦਿਆਂ ਸੁਰਤ ਨਹੀਂ ਟਿਕੀ, ਉਦੋਂ ਤੱਕ ਕਿਸੇ ਨੂੰ ਮੁਕਤੀ ਨਹੀਂ ਮਿਲੀ। ਜਦੋਂ ਤੇਰੇ 'ਚ ਕੋਈ ਸਥਿਰ ਹੋਇਆ, ਧਿਆਨ ਕਰਦਿਆਂ, ਸਾਧਨਾ ਕਰਦਿਆਂ, ਉਹ ਮੁਕਤ ਹੋਇਆ। ਤੇਰੇ ਬਿਨਾਂ ਜਿਹੜੇ ਸਰੀਰ 'ਚ ਹੀ ਭਟਕਦੇ ਰਹੇ, ਸੰਸਾਰ 'ਚ ਹੀ ਭਟਕਦੇ ਰਹੇ, ਉਹ ਮੁਕਤ ਨਹੀਂ ਹੋਏ। ਜਿਹੜੇ ਤੇਰੇ ਵਿੱਚ ਜਾ ਕੇ ਸੁਰਤ ਜੋੜ ਕੇ ਅਭੇਦ ਹੋਏ, ਉਹ ਮੁਕਤ ਹੋ ਗਏ। ਤੇਰੇ ਬਿਨਾਂ ਕਿਸੇ ਨੂੰ ਮੁਕਤੀ ਨਹੀਂ ਮਿਲੀ। ਚੋਪਈ ਅਸ ਕੈ ਕਿਰਪਾ ਦ੍ਰਿਸ਼ਟ ਪ੍ਰਭ ਦੇਖੀ। ਇਉਂ ਕਹਿ ਕੇ ਮੇਰੇ ਸਤਿਗੁਰਾਂ ਨੇ ਆਪਣੀ ਕਿਰਪਾ ਭਰੀ ਸਵੱਲੀ ਨਿਗਾਹ ਨਾਲ ਉਸ ਬੱਚੇ ਲਾਲੇ ਵੱਲ ਵੇਖਿਆ, ਉਹਦੀ ਮਾਤਾ ਉਹਦੇ ਪਿਤਾ ਵੱਲ ਵੇਖਿਆ। ਭਵ ਅਪਦਾ ਸਭ ਹਰੀ ਬਿਸ਼ੇਖੀ। ਉਹਨਾਂ ਦੀ ਸੰਸਾਰ ਦੀ ਜਿਤਨੀ ਆਪਦਾ ਸੀ, ਜਿਤਨੇ ਦੁੱਖ ਸੀ, ਮਹਾਰਾਜ ਜੀ ਨੇ ਸਾਰੇ ਦੁੱਖ ਦੂਰ ਕਰ ਦਿੱਤੇ, ਸਾਰੀ ਆਪਦਾ ਹਰ ਲਈ। ਆਪਣੇ ਅੰਗ ਸੰਗ ਤੈ ਲਾਏ। ਉਸ ਛੋਟੇ ਜਿਹੇ ਬੱਚੇ ਨੂੰ, ਜਿਹਦਾ ਨਾਂ ਆ ਭਾਈ ਲਾਲਾ, ਉਹਨੂੰ ਕੁੱਟ ਕੇ ਗੁਰੂ ਨਾਨਕ ਸਾਹਿਬ ਨੇ ਆਪਣੇ ਗਲ ਨਾਲ ਲਾਇਆ। ਆਪਣੇ ਅੰਗ ਸੰਗ ਕਹੀਏ, ਆਪਣੇ ਅੰਗਾਂ ਦੇ ਨਾਲ ਲਾਇਆ। ਨੌ ਨਿਧ ਦਈ ਸਦਨ ਮੈਂ ਪਾਏ। ਉਹਨਾਂ ਦੇ ਘਰ 'ਚ 9 ਨਿਧੀਆਂ ਦੇ ਖਜ਼ਾਨੇ ਭਰ ਦਿੱਤੇ ਗੁਰੂ ਨਾਨਕ ਸਾਹਿਬ ਨੇ। 9 ਨਿਧਾਂ, ਜਿੱਥੇ ਕਿਤੇ ਪਹਿਲਾਂ ਗੱਫਾ ਨਹੀਂ ਸੀ ਪੱਕਦਾ, ਪ੍ਰਸ਼ਾਦਾ ਨਹੀਂ ਸੀ ਪੱਕਦਾ, ਪਾਤਸ਼ਾਹ ਨੇ ਉਸ ਘਰ 'ਚ 9 ਨਿਧੀਆਂ ਦੇ ਖਜ਼ਾਨੇ ਭਰ ਦਿੱਤੇ। ਚਤਰ ਪਦਾਰਥ ਛਿਨ ਮੈਂ ਦੀਨੇ। ਇੱਕ ਛਿਨ ਭਰ ਵਿੱਚ ਚਾਰੇ ਦੇ ਚਾਰੇ ਪਦਾਰਥ ਮਹਾਰਾਜ ਜੀ ਬਖਸ਼ੰਦ ਹਰੀ ਨੇ ਇਹਨਾਂ ਨੂੰ ਬਖਸ਼ ਦਿੱਤੇ। ਜੀਵਨ ਮੁਕਤ ਸੋ ਤੀਨੋ ਕੀਨੇ। ਤਿੰਨਾਂ ਨੂੰ ਹੀ ਮਹਾਰਾਜ ਜੀ ਨੇ ਜੀਵਨ ਮੁਕਤ ਅਵਸਥਾ ਦਾ ਦਾਨ ਬਖਸ਼ ਕੇ ਨਿਵਾਜਿਆ। ਇਸ ਪ੍ਰਕਾਰ ਕਰ ਤਿਨੇ ਨਿਹਾਲਾ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਿਨਾਂ ਨੂੰ ਨਿਹਾਲ ਕੀਤਾ, ਇਉਂ ਇਹਨਾਂ ਨੂੰ ਕਿਰਤਾਰਥ ਕੀਤਾ। ਬੋਹਰੋ ਗਮਨੇ ਪ੍ਰਭੂ ਕਿਰਪਾਲਾ। ਪ੍ਰਭੂ ਕਿਰਪਾਲ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਕਿਰਤਾਰਥ ਕਰਕੇ ਇਹਨਾਂ ਦੇ ਘਰੋਂ ਚੱਲ ਪਏ। ਅਪਰ ਗ੍ਰਾਮ ਮੈਂ ਬੈਠੇ ਜਾਈ। ਇੱਕ ਹੋਰ ਨਗਰ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ। ਹੁਤੋ ਸਿੱਖ ਇੱਕ ਤਹਾਂ ਬਸਾਈ। ਖਾਲਸਾ ਜੀ, ਉਸ ਨਗਰ ਵਿੱਚ ਇੱਕ ਗੁਰੂ ਕਾ ਸਿੱਖ ਵਸਦਾ ਹੈ। ਜਾਏ ਜੋ ਸੰਤ ਤਾਏ ਕਰ ਕੋਈ। ਇਹ ਜਿਹੜਾ ਸਿੱਖ ਹੈ, ਇਹਦੇ ਘਰ ਜੇ ਕੋਈ ਸੰਤ ਆਉਂਦਾ ਹੈ, ਕੋਈ ਸਾਧੂ ਤੇ ਮਹਾਤਮਾ ਆਉਂਦਾ ਹੈ, ਹਿਤ ਧਰ ਸੇਵਾ ਕਰ ਹੈ ਸੋਈ। ਇਹ ਬੜੇ ਹਿੱਤ ਨਾਲ, ਬੜੀ ਭਾਵਨਾ ਨਾਲ ਉਹਦੀ ਸੇਵਾ ਕਰਦਾ। ਬਹੁਤ ਘੱਟ ਘਰ ਨੇ ਅੱਜ ਕੱਲ ਦੇ ਸਮੇਂ ਵਿੱਚ ਜਿੱਥੇ ਆਏ ਗਏ ਕਿਸੇ ਮਹਾਤਮਾ ਸਾਧੂ ਦੀ ਸੰਤ ਸੇਵੀ ਬਿਰਤੀ ਰੱਖ ਕੇ ਸੇਵਾ ਟਹਿਲ ਕਰਦਾ ਹੋਵੇ। ਨਹੀਂ ਤਾਂ ਅੱਜ ਦੇ ਸਮੇਂ ਵਿੱਚ ਤਾਂ ਜਿੰਨੀ ਭੰਡੀ ਸਾਧੂਆਂ ਸੰਤਾਂ ਦੀ ਕੀਤੀ ਜਾਂਦੀ ਹੈ, ਖਬਰੇ ਕਿਸੇ ਚੋਰ ਠੱਗ ਦੀ ਵੀ ਉਨੀ ਭੰਡੀ ਨਾ ਹੁੰਦੀ ਹੋਵੇ। ਕਲੀ ਕਾਲ ਦਾ ਸਮਾਂ ਹੈ ਭਾਈ, ਇੱਥੇ ਰਾਤੇ ਕੀ ਨਿੰਦਾ ਕਰੈ, ਐਸਾ ਕੱਲ ਮੈਂ ਡਿੱਠਾ ਰੰਗਿਆਂ ਹੋਇਆਂ ਦੀ ਨਿੰਦਾ ਹੁੰਦੀ ਹੈ ਤੇ ਚੋਰਾਂ ਦੀ ਉਪਮਾ ਹੁੰਦੀ ਹੈ, ਸਾਧਾਂ ਦੀ ਨਿੰਦਾ ਹੁੰਦੀ ਹੈ। ਸਮਾਂ ਕਲੀ ਕਾਲ ਦਾ ਹੈ। ਸੰਤ ਸੇਵੀ ਬਿਰਤੀ ਰੱਖਣ ਵਾਲੇ ਵਿਰਲੇ ਪ੍ਰੇਮੀ ਜਨ ਹੁੰਦੇ। ਘਰ ਵਿੱਚ ਆਏ ਹੋਏ ਕਿਸੇ ਸਤਿਪੁਰਸ਼ ਦੀ, ਮਹਾਂਪੁਰਸ਼ ਦੀ ਸੇਵਾ ਟਹਿਲ ਕਰਨੀ, ਉਹਨੂੰ ਭੋਜਨ ਛਕਾਉਣਾ। ਪੁਰਾਣੇ ਸਮਿਆਂ 'ਚ ਕਿਸੇ ਨਗਰ ਵਿੱਚ ਕੋਈ ਮਹਾਤਮਾ ਸਾਧੂ ਤੁਰਦਾ ਫਿਰਦਾ ਆ ਜਾਣਾ, ਪੂਰੇ ਨਗਰ ਵਾਲਿਆਂ ਨੇ ਵੇਖਣਾ ਵੀ ਕੋਈ ਸੰਤ ਆਇਆ, ਮਹਾਤਮਾ ਅਭਿਆਗਤ ਹੈ, ਉਹਦੇ ਭੋਜਨ ਪਾਣੀ ਦਾ, ਰਹਿਣ ਸਹਿਣ ਦਾ ਪ੍ਰਬੰਧ ਕਰਨਾ। ਤੇ ਉਹ ਸਾਧ ਵੀ ਜਿਹੜੇ ਹੁੰਦੇ ਸੀ, ਬਰਕਤ ਹੁੰਦੇ ਸੀ, ਉਹਨਾਂ ਨੇ ਇੱਕ ਰਾਤ ਉੱਥੇ ਰਹਿਣੀ, ਅੱਗੇ ਚਲੇ ਜਾਣਾ। ਅੱਜ ਕੱਲ ਸਾਧ ਵੀ ਬਰਕਤ ਨਹੀਂ ਰਹੇ ਤੇ ਨਾ ਅੱਗੇ ਸੰਤ ਸੇਵੀ ਬਿਰਤੀ ਵਾਲੀ ਬਿਰਤੀ ਰਹੀ ਹੈ। ਦੋਵਾਂ ਪਾਸਿਓਂ ਹੀ ਕਮੀ ਆ ਗਈ ਹੈ। ਸਮਾਂ ਹੈ, ਹਰ ਇੱਕ ਸਮੇਂ ਦੀਵੇ ਦੀ ਲੋ ਮੱਧਮ ਜ਼ਰੂਰ ਪੈ ਜਾਂਦੀ ਹੈ, ਬੁਝਦਾ ਨਹੀਂ ਹੁੰਦਾ। ਹੁਣ ਲੋ ਇਦਾਂ ਕਹਿ ਸਕਦੇ ਆ ਵੀ ਮੱਧਮ ਹੈ ਪਰ ਬੁਝੀ ਨਹੀਂ ਹੈ। ਵਿਰਲੇ ਹੈਣ, ਇਹ ਨਹੀਂ ਵੀ ਸਮਾਪਤ ਹੋ ਗਏ ਹਨ। ਤੋ ਸੰਤਾਂ ਦੀ ਸੇਵਾ ਦਾ ਮਹਾਤਮ ਕੀ ਹੈ, ਸਾਧੂਆਂ ਦੀ ਸੇਵਾ ਦਾ ਫਲ ਕੀ ਹੈ, ਉਹਨਾਂ ਦੇ ਦਰਸ਼ਨਾਂ ਦਾ ਕੀ ਪ੍ਰਤਾਪ ਹੈ, ਇਸ ਸਾਖੀ ਵਿੱਚੋਂ ਸਿੱਧ ਹੋ ਰਿਹਾ ਹੈ। ਗੁਰੂ ਸਾਹਿਬ ਜੀ ਦਾ ਜਿਹੜਾ ਇਤਿਹਾਸ ਹੈ, ਸਾਖੀਆਂ ਨੇ, ਇਹਨਾਂ ਦੇ ਨਾਲ ਸਿਧਾਂਤ ਹੈ। ਸਿਧਾਂਤ ਜ਼ਰੂਰ ਸਮਝਣਾ ਚਾਹੀਏ। ਅਸੀਂ ਇਕੱਲਾ ਸਾਖੀ ਦਾ ਰਸ ਲੈ ਲੈਨੇ ਆ, ਪਰ ਉਹਦੇ ਪਿੱਛੇ ਸਿਧਾਂਤ ਕੀ ਆ ਉਹਨੂੰ ਸਮਝਣ ਦਾ ਯਤਨ ਨਹੀਂ ਕਰਦੇ। ਸਾਖੀ ਦਾ ਸਾਨੂੰ ਕੰਨ ਰਸ ਜ਼ਰੂਰ ਆ ਜਾਂਦਾ,
ਪਾਤਸ਼ਾਹ ਨੇ ਪਿੱਛੇ ਹੁਣ ਜਿਹੜੀ ਸਾਖੀ ਆਪ ਜੀ ਨੇ ਸੁਣੀ ਹੈ, ਸਮਰਪਣ ਭਾਵ ਵੇਖੋ ਕਿੰਨਾ ਹੋਵੇਗਾ ਉਹਨਾਂ ਅੰਦਰ, ਵੀ ਸਭ ਕੁਝ ਵੇਚ ਕੇ, ਆਪਣਾ ਪੁੱਤਰ ਤੱਕ ਵੀ ਵੇਚ ਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਭੇਟ ਕਰਨਾ ਚਾਹੁੰਦੇ ਹੈ। ਇਹ ਸਮਰਪਣ ਦਾ ਭਾਵ ਹੈ ਕਿ ਜਿੰਨਾ ਗੁਰਸਿੱਖ ਵਿੱਚ ਗੁਰੂ ਪ੍ਰਤੀ ਸਮਰਪਣ ਹੋਵੇਗਾ, ਓਨਾ ਹੀ ਗੁਰੂ ਕੀ ਖੁਸ਼ੀ, ਗੁਰੂ ਦੀ ਕਿਰਪਾ, ਗੁਰੂ ਦੀ ਕਰੁਣਾ ਗੁਰੂ ਕੇ ਸਿੱਖ ਤੇ ਵਰਤੇਗੀ। ਜਦੋਂ ਸਮਰਪਣ ਭਾਵ ਨਹੀਂ ਤੇ ਫਿਰ ਗੁਰੂ ਕਿਰਪਾ ਵੀ ਨਹੀਂ। ਸੋ ਇੱਥੇ ਇੱਕ ਸਿੱਖ ਰਹਿੰਦਾ ਨਗਰ ਵਿੱਚ, ਬਹੁਤ ਸਾਰੇ ਸਾਧੂ ਮਹਾਤਮਾ ਸੰਤ ਆਉਂਦੇ, ਇਹ ਉਹਨਾਂ ਦੀ ਸੇਵਾ ਕਰਦਾ ਹੈ। ਪੁਨ ਸੋ ਕਰ ਹੈ ਪ੍ਰਸ਼ਨ ਬਨਾਈ। ਜਦੋਂ ਸਾਧੂਆਂ ਨੂੰ ਭੋਜਨ ਛਕਾਉਂਦਾ, ਬਾਅਦ ਵਿੱਚ ਉਹਨਾਂ ਕੋਲ ਬੈਠ ਕੇ ਤੇ ਫਿਰ ਉਹਨਾਂ ਕੋਲ ਸਵਾਲ ਕਰਦਾ, ਉਹਨਾਂ ਨੂੰ ਪੁੱਛਦਾ, ਸਾਧ ਮਿਲੇ ਫਲ ਦਿਓ ਬਤਾਈ। ਕਹਿਣ ਲੱਗੇ ਜੀ ਸਾਧੂ ਨੂੰ ਮਿਲਣ ਦਾ ਮਹਾਤਮ ਕੀ ਹੈ, ਸਾਧੂ ਦੇ ਦਰਸ਼ਨ ਦਾ ਕੀ ਫਲ ਹੈ। ਕਿਸੇ ਸਾਧੂ ਦੀ ਸੇਵਾ ਕਰੀਏ, ਸਾਧੂ ਨੂੰ ਮਿਲੀਏ ਤੇ ਸਾਧੂ ਨੂੰ ਮਿਲਣ ਦਾ ਕੀ ਫਲ ਪ੍ਰਾਪਤ ਹੁੰਦਾ। ਜਿਹੜਾ ਵੀ ਕੋਈ ਮਹਾਤਮਾ ਆਵੇ ਉਹਨੂੰ ਪੁੱਛਦਾ ਜੀ ਸਾਧੂ ਦੀ ਸੇਵਾ ਦਾ ਕੀ ਫਲ ਹੈ। ਤਿਸ ਕੀ ਮਨਸ਼ਾ ਪੂਰਨ ਕਾਜਾ। ਪਰ ਕਿਸੇ ਸਾਧੂ ਕੋਲੋਂ ਇਹਨੂੰ ਸੰਤੁਸ਼ਟੀਜਨਕ ਜਵਾਬ ਨਹੀਂ ਮਿਲਿਆ। ਸਭ ਦੱਸਦੇ ਵੀ ਸਾਧੂ ਦੀ ਸੇਵਾ ਦਾ ਵੱਡਾ ਪੁੰਨ ਹੁੰਦਾ ਹੈ, ਮਹਾਤਮ ਹੁੰਦਾ ਹੈ। ਸਾਧ ਕੈ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਉਹਦੇ ਨਾਲ ਤਾਂ ਘਾਲਣਾ ਵੀ ਨਹੀਂ ਘਾਲਣੀ ਪੈਂਦੀ, ਦਰਸ਼ਨਾਂ ਨਾਲ ਹੀ ਕਲਾ ਬਣ ਜਾਂਦੀ। ਸਾਧੂ ਤੇ ਤਾਂ ਦਰਸ਼ਨ ਕੀਤੇ ਹੀ ਫਲ ਦੇ ਦਿੰਦੇ ਹਨ। ਤੋ ਸਤਿਗੁਰੂ ਜੀ ਨੂੰ ਪਤਾ ਸੀ ਵੀ ਇਹਦੇ ਅੰਦਰ ਸੰਤੁਸ਼ਟੀ ਨਹੀਂ ਹੁੰਦੀ, ਸੇਵਾ ਜ਼ਰੂਰ ਕਰਦਾ ਸਾਧੂਆਂ ਦੀ। ਉਹਨਾਂ ਨੂੰ ਜਦੋਂ ਪੁੱਛਦਾ ਤੇ ਜਵਾਬ ਸੰਤੁਸ਼ਟੀਜਨਕ ਨਹੀਂ ਮਿਲਦਾ। ਧੰਨ ਗੁਰੂ ਨਾਨਕ ਸਾਹਿਬ ਜੀ ਇਹਦੇ ਅੰਦਰ ਸੰਤੁਸ਼ਟੀ ਦੇਣ ਲਈ ਕਿ ਸੰਤੁਸ਼ਟੀਜਨਕ ਇਹਨੂੰ ਜਵਾਬ ਮਿਲ ਜੇ, ਇਹਨੂੰ ਪਤਾ ਲੱਗੇ ਕਿ ਸਾਧੂ ਦੀ ਸੇਵਾ ਦਾ ਕੀ ਫਲ ਹੈ, ਉਹ ਦੱਸਣ ਵਾਸਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਚੱਲ ਕੇ ਇਸ ਸਿੱਖ ਦੇ ਘਰ ਪੁੱਜੇ ਹਨ। ਗਮਨੇ ਸਦਨ ਗਰੀਬ ਨਿਵਾਜਾ। ਗਰੀਬਾਂ ਨੂੰ ਨਿਵਾਜਣ ਵਾਲੇ ਸਾਹਿਬ ਇਹਦੇ ਘਰ ਆਏ। ਸਾਦਰ ਬੰਦੇ ਪਦ ਅਰਬਿੰਦਾ। ਇਹਨੇ ਵੇਖਿਆ ਮਹਾਤਮਾ ਆਏ ਨੇ, ਸਾਧੂ ਆਏ ਨੇ, ਬੜੇ ਸਤਿਕਾਰ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਅਦਬ ਸਹਿਤ ਇਹਨੇ ਬੰਦਨਾ ਕੀਤੀ। ਬੈਠਾ ਰੇ ਕਰ ਹਿਰਦੇ ਆਨੰਦਾ। ਹਿਰਦੇ ਦੇ ਪਰਮ ਆਨੰਦ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ। ਅਧਿਕ ਭਾਉ ਸੋ ਸੇਵਾ ਕੀਨੀ। ਬੜੇ ਭਾਉ ਨਾਲ, ਬੜੇ ਪਿਆਰ ਨਾਲ ਸਤਿਗੁਰਾਂ ਦੀ ਸੇਵਾ ਕੀਤੀ। ਪ੍ਰੇਮ ਭਗਤ ਮੈਂ ਮਤ ਜੈ ਪੀਨੀ। ਪ੍ਰੇਮਾ ਭਗਤੀ ਵਿੱਚ ਇਹਦਾ ਮਨ, ਇਹਦੀ ਮਤ ਭਿੱਜੀ ਹੋਈ ਹੈ। ਹੁਣ ਬੂਜਨ ਲਾਗੇ ਤਿਸ ਪਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਹ ਸਿੱਖ ਪੁੱਛਣ ਲੱਗਾ, ਸਾਧ ਮਿਲੇ ਫਲ ਦਿਓ ਬਤਾਏ। ਜਿਵੇਂ ਪਹਿਲਾਂ ਪੁੱਛਦਾ ਸੀ ਸਾਧੂਆਂ ਦੀ ਸੇਵਾ ਕਰਕੇ, ਸਤਿਗੁਰਾਂ ਨੂੰ ਵੀ ਪੁੱਛਦਾ। ਕਹਿੰਦਾ ਜੀ ਸਾਧੂ ਸੇਵਾ ਦਾ ਕੀ ਫਲ ਹੁੰਦਾ ਹੈ, ਸਾਧ ਮਿਲੇ ਤੇ ਕੀ ਫਲ ਪ੍ਰਾਪਤ ਹੁੰਦਾ, ਦੱਸੋ ਜੀ। ਬਹੁਤਨ ਸੰਗ ਪ੍ਰਸ਼ਨ ਮੈਂ ਕੀਨੋ। ਕਹਿਣ ਲੱਗਾ ਗੁਰੂ ਜੀ ਮੈਂ ਬਹੁਤਿਆਂ ਕੋਲੇ ਸਵਾਲ ਕੀਤਾ, ਮੋਕੋ ਕਿਨੋ ਨਾ ਉੱਤਰ ਦੀਨੋ। ਪਰ ਮੈਨੂੰ ਸੰਤੁਸ਼ਟੀਜਨਕ ਜਵਾਬ ਨਹੀਂ ਮਿਲਿਆ ਕਿਸੇ ਕੋਲੋਂ। ਦੋਹਰਾ ਕਹੇ ਬਨਾਏ ਅਨੇਕ ਬਿਦ, ਮੇਰੀ ਨਿਸ਼ਾ ਨਾ ਹੋਏ। ਮਹਾਰਾਜ ਮੈਨੂੰ ਬੜੇ ਬੜੇ ਜਵਾਬ ਉਹ ਬਣਾ ਕੇ ਦੱਸਦੇ ਆ, ਪਰ ਮੇਰੇ ਮਨ ਦੀ ਤਸੱਲੀ ਨਹੀਂ ਹੁੰਦੀ। ਉਹਨਾਂ ਦੇ ਬਚਨ ਸੁਣ ਕੇ ਮੇਰੇ ਮਨ ਨੂੰ ਸੰਤੁਸ਼ਟੀ ਨਹੀਂ ਮਿਲਦੀ। ਪੂਰਨ ਸਤਿਗੁਰ ਆਪ ਹੋ, ਉੱਤਰ ਦੀਜੈ ਸੋਏ। ਮਹਾਰਾਜ ਜੀ ਤੁਸੀਂ ਪੂਰੇ ਸਤਿਗੁਰੂ ਹੋ ਤੇ ਤੁਸੀਂ ਮੈਨੂੰ ਜਵਾਬ ਤੇ ਉੱਤਰ ਵੀ ਪੂਰਾ ਹੀ ਦਿਓਗੇ। ਇਸ ਕਰਕੇ ਮੈਨੂੰ ਐਸਾ ਉੱਤਰ ਦਿਓ ਕਿ ਮੇਰੇ ਮਨ ਨੂੰ ਸੰਤੁਸ਼ਟੀ ਹੋ ਜਾਏ ਕਿ ਸਾਧੂ ਸੇਵਾ ਦਾ ਕੀ ਫਲ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੱਸ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ, ਗੁਰਬਾਣੀ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ
ਮੁੱਲ ਖਰੀਦੀ ਲਾਲਾ ਗੋਲਾ, ਮੁੱਲ ਖਰੀਦੀ ਲਾਲਾ ਗੋਲਾ। ਖਰੀਦੀ ਲਾਲਾ ਗੋਲਾ, ਮੁੱਲ ਖਰੀਦੀ ਲਾਲਾ ਗੋਲਾ। ਮੇਰਾ ਨਾਉ ਸਭਾਗਾ, ਮੇਰਾ ਨਾਉ ਸਭਾਗਾ। ਮੇਰਾ ਨਾਉ ਸਭਾਗਾ, ਮੇਰਾ ਨਾਉ ਸਭਾਗਾ। ਗੁਰ ਕੀ ਬਚਨੀ ਹਾਟ ਬਿਕਾਨਾ, ਗੁਰ ਕੀ ਬਚਨੀ ਹਾਟ ਬਿਕਾਨਾ। ਗੁਰ ਕੀ ਬਚਨੀ ਆਟ ਬਿਕਾਨਾ, ਗੁਰ ਕੀ ਬਚਨੀ ਆਟ ਬਿਕਾਨਾ। ਜਿਤ ਲਾਇਆ ਤਿਤ ਲਾਗਾ, ਜਿਤ ਲਾਇਆ ਤਿਤ ਲਾਗਾ। ਜਿਤ ਲਾਇਆ ਤਿਤ ਲਾਗਾ, ਜਿਤ ਲਾਇਆ ਤਿਤ ਲਾਗਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੀ ਸਦਾ ਬਬੇਤ। ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ। ਹੇ ਸੰਤਹ ਕੈ ਸਦਾ ਸੰਗ, ਧਾਰਾ ਆਧਾਰ। ਹੇ ਠਾਕੁਰ ਹੋਂਦਾ ਸਰੋ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋਈ ਐ ਪਰੋਏ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਆਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੇਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।